गगन दमामा बाजियो पर्यो निशाने काओ, खेत जो मांड्यो सूरमा अब जूझन को दाओ। सूरा सो पहचानिए जो लरे दीन के हेत, पुरजा पुरजा कट मरे कबू न छाडे खेत। पुरजा पुरजा कट मरे कबू न छाडे खेत। शहीद फारसी बोली का शब्द है जिस ਦੇ अर्थ ਹਨ शहादत ਜਾਂ ਗਵਾਹੀ ਦੇਣ ਵਾਲਾ, ਕਿਸੇ ਸੱਚਾਈ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਵਾਲਾ, ਕਿਸੇ ਉੱਚ ਆਦਰਸ਼ ਲਈ ਮਰ ਮਿਟਣ ਵਾਲਾ। ਸ਼ਹੀਦ ਤਪ ਰਹੀ ਧਰਤੀ 'ਤੇ ਡਿੱਗਣ ਵਾਲੇ ਪਹਿਲੇ ਮੀਂਹ ਦੇ ਕਤਰੇ ਨਿਆਈ ਹੁੰਦਾ ਹੈ ਜੋ ਆਪਣੇ ਆਪ ਨੂੰ ਫਨਾਹ ਕਰਕੇ ਪਿਛਾਂ ਆਉਣ ਵਾਲੀਆਂ ਕਤਰਿਆਂ ਲਈ ਰਵਾਨੀ ਦਾ ਰਾਹ ਬਣਾਉਂਦਾ ਹੈ ਅਤੇ ਨਦੀ ਨਾਲਿਆਂ ਅਤੇ ਵੱਡਿਆਂ ਵੱਡਿਆਂ ਦਰਿਆਵਾਂ ਦਾ ਆਧਾਰ ਬਣਦਾ ਹੈ। ਸ਼ਹੀਦ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ। ਜਿਸ ਗੱਲ ਨੂੰ ਅਸੀਂ ਅਤੀ ਕਠਿਨ ਸਮਝਦੇ ਹਾਂ, ਸ਼ਹੀਦ ਉਸ ਨੂੰ ਸਹਿਲ ਕਰ ਦਿੰਦਾ ਹੈ। ਸ਼ਹੀਦ ਦੇ ਲਹੂ ਵਿੱਚ ਜੀਵਨ ਦੀ ਜੋਤ ਹੁੰਦੀ ਹੈ ਜੋ ਹੋਰ ਅਨੇਕਾਂ ਮਰ ਮਿਟਣ ਵਾਲੀਆਂ ਰੂਹਾਂ ਨੂੰ ਜਨਮ ਦਿੰਦੀ ਹੈ। ਸ਼ਹੀਦ ਦਾ ਪਵਿੱਤਰ ਲਹੂ ਧਰਤੀ 'ਤੇ ਡੁੱਲ ਕੇ ਬੇਜਾਨ ਕੌਮਾਂ ਵਿੱਚ ਜਾਨ ਪਾ ਦਿੰਦਾ ਹੈ। ਜਦ ਕੋਈ ਹਕੂਮਤ ਜ਼ੁਲਮ ਕਰਦੀ ਹੈ ਤਾਂ ਸ਼ਹੀਦ ਆਤਮਾ ਉਸ ਨੂੰ ਸਹਿੰਦੀ ਹੈ ਅਤੇ ਆਪਾ ਵਾਰ ਕੇ ਜ਼ੁਲਮ ਨੂੰ ਠੱਲ ਪਾ ਦਿੰਦੀ ਹੈ। ਮੱਧਕਾਲ ਵਿੱਚ ਹਿੰਦੂ ਸਮਾਜ ਵਿੱਚ ਅਨੇਕਾਂ ਕੁਰੀਤੀਆਂ ਆ ਚੁੱਕੀਆਂ ਸਨ ਅਤੇ ਉਹ ਗਿਰਾਵਟ ਦੀ ਸਭ ਤੋਂ ਹੇਠਲੀ ਪੌੜੀ 'ਤੇ ਪਹੁੰਚ ਚੁੱਕਾ ਸੀ। ਆਪਣੀ ਪੁਰਾਤਨ ਸੰਸਕ੍ਰਿਤੀ ਨੂੰ ਭੁੱਲ ਭੁਲਾ ਕੇ ਜਾਤ ਪਾਤ, ਛੂਤ ਛਾਤ ਅਤੇ ਅੰਧ ਵਿਸ਼ਵਾਸ ਦੇ ਵਹਿਣਾਂ ਵਿੱਚ ਵਹੀ ਜਾ ਰਿਹਾ ਸੀ। ਕਈ ਸਦੀਆਂ ਦੀ ਗੁਲਾਮੀ ਨੇ ਉਸ ਵਿੱਚ ਅਣਖ ਦਾ ਅੰਸ਼ ਬਿਲਕੁਲ ਖਤਮ ਕਰ ਦਿੱਤਾ ਸੀ। ਇਸ ਅੰਧਕਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਉਹਨਾਂ ਨੇ ਛੋਟੇ ਹੁੰਦਿਆਂ ਤੋਂ ਹੀ ਦ੍ਰਿੜ ਨਿਸ਼ਚਾ ਕਰ ਲਿਆ ਕਿ ਹਿੰਦੂ ਕੀ ਮੁਸਲਮਾਨ ਸਭ ਨੂੰ ਸੱਚਾਈ ਅਤੇ ਮਨੁੱਖਤਾ ਦੇ ਮਾਰਗ 'ਤੇ ਰਲਣ ਦਾ ਸਬਕ ਦੇਣਗੇ ਅਤੇ ਪਿਆਰ, ਏਕਤਾ, ਸਹਿਨਸ਼ੀਲਤਾ ਦੇ ਪੁਰਾਤਨ ਸਿਧਾਂਤਾਂ ਨੂੰ ਅਪਣਾਉਣ ਲਈ ਪ੍ਰੇਰਣਗੇ। ਆਪਣੇ ਮਿਸ਼ਨ ਦੀ ਪੂਰਤੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਤੋਂ ਲੈ ਕੇ ਅਸਾਮ ਤੱਕ, ਕਸ਼ਮੀਰ ਤੋਂ ਲੈ ਕੇ ਲੰਕਾ ਤੱਕ ਅਤੇ ਪੱਛਮ ਵਿੱਚ ਅਰਬ, ਤੁਰਕੀ, ਸ਼ਾਮ, ਇਰਾਕ, ਅਫਗਾਨਿਸਤਾਨ ਦੀ ਯਾਤਰਾ ਕੀਤੀ ਅਤੇ ਕੁਰਾਹੇ ਪਏ ਲੋਕਾਂ ਨੂੰ ਰਾਹੇ ਪਾਇਆ। ਉਹਨਾਂ ਪਿੱਛੋਂ ਦੂਜੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਪਾਈਆਂ ਲੀਹਾਂ ਅਨੁਸਾਰ ਧਰਮ ਦਾ ਪ੍ਰਚਾਰ ਕੀਤਾ। ਪਰ ਸਮਾਜ ਦਾ ਸੁਧਾਰ ਕਰਨ ਵਾਲਿਆਂ ਨੂੰ ਕਦਮ ਕਦਮ 'ਤੇ ਵੱਡੀਆਂ ਵੱਡੀਆਂ ਔਕੜਾਂ ਦਾ ਟਾਕਰਾ ਕਰਨਾ ਪੈਂਦਾ ਹੈ। ਕੱਟੜ ਹਿੰਦੂਆਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਉਹਨਾਂ ਵੱਲੋਂ ਇਕੱਤਰ ਕੀਤੀ ਗਈ ਗੁਰੂਆਂ ਦੀ ਬਾਣੀ ਵਿੱਚ ਹਿੰਦੂ ਅਤੇ ਮੁਸਲਮਾਨੀ ਧਰਮ ਨੂੰ ਬੁਰਾ ਭਲਾ ਕਿਹਾ ਗਿਆ ਹੈ। ਅਕਬਰ ਨੇ ਇਸ ਬਾਰੇ ਛਾਣਬੀਨ ਕਰਕੇ ਵੇਖਿਆ ਕਿ ਇਹ ਸ਼ਿਕਾਇਤ ਬਿਲਕੁਲ ਬੇਬੁਨਿਆਦ ਅਤੇ ਨਿਰਮੂਲ ਹੈ। ਇਸ ਲਈ ਉਹਨੇ ਸ਼ਿਕਾਇਤਾਂ ਨੂੰ ਸਖਤ ਝਾੜਾਂ ਪਾਈਆਂ। ਪਰ ਅਕਬਰ ਦਾ ਪੁੱਤਰ ਜਹਾਂਗੀਰ ਕੱਟੜ ਮੁਸਲਮਾਨ ਸੀ। ਉਹ ਚੁਗਲਖੋਰਾਂ ਦੇ ਅੜਿੱਕੇ ਚੜ੍ਹ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦਾ ਜਾਮ ਪੀਣਾ ਪਿਆ। ਉਹਨਾਂ ਨੇ ਖਿੜੇ ਮੱਥੇ ਸ਼ਹੀਦੀ ਦਾ ਜਾਮ ਪੀ ਕੇ ਸਿੱਖਾਂ ਨੂੰ ਦੱਸਿਆ ਕਿ ਸੱਚਾਈ ਦੀ ਖਾਤਰ ਜਾਨ ਵਾਰ ਦੇਣੀ ਮਨੁੱਖ ਦਾ ਸਭ ਤੋਂ ਵੱਡਾ ਅਤੇ ਉੱਤਮ ਕਰਤੱਵ ਹੈ। ਸ਼ਹੀਦ ਦੇ ਖੂਨ ਵਿੱਚੋਂ ਨਿਕਲੇ ਹਰ ਕਤਰੇ ਵਿੱਚੋਂ ਮਹਾਨ ਯੋਧੇ ਉਤਪੰਨ ਹੁੰਦੇ ਹਨ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀ ਤਲਵਾਰ ਪਹਿਨ ਕੇ ਸਿੱਧ ਕੀਤਾ ਕਿ ਧਰਮ ਅਤੇ ਸੱਚਾਈ ਦੀ ਰੱਖਿਆ ਲਈ ਸ਼ਕਤੀ ਦੀ ਵਰਤੋਂ ਜਾਇਜ਼ ਹੈ। ਉਹਨਾਂ ਨੇ ਸਿਰਲੱਤ ਸੂਰਮਿਆਂ ਦੀ ਇੱਕ ਫੌਜ ਤਿਆਰ ਕੀਤੀ ਜਿਨ੍ਹਾਂ ਨੇ ਆਪਣੀ ਸੂਰਬੀਰਤਾ ਦੁਆਰਾ ਵੈਰੀ ਦੀਆਂ ਕਈ ਗੁਣਾ ਵੱਧ ਹਥਿਆਰਬੰਦ ਫੌਜਾਂ ਨੂੰ ਕਈ ਲੜਾਈਆਂ ਵਿੱਚ ਜ਼ਬਰਦਸਤ ਹਾਰਾਂ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰ ਰਾਏ ਜੀ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪਾਸ ਇੱਕ ਮਜ਼ਬੂਤ ਹਥਿਆਰਬੰਦ ਫੌਜੀ ਦਸਤਾ ਸਦਾ ਤਿਆਰ ਬਰ ਤਿਆਰ ਰੱਖਣ। ਇਸ ਪਿੱਛੋਂ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਨੂੰ ਇੱਕ ਨਵਾਂ ਅਤੇ ਵਿਸਥਾਰ ਰੂਪ ਦਿੱਤਾ। ਉਹਨਾਂ ਐਲਾਨ ਕੀਤਾ ਕਿ ਹਰ ਮਨੁੱਖ ਨੂੰ ਆਪਣੇ ਧਰਮ ਦੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਭਾਵੇਂ ਉਹ ਆਪ ਹਿੰਦੂ ਧਰਮ ਵਿੱਚ ਆਈਆਂ ਕਈ ਬੁਰਾਈਆਂ ਦਾ ਵਿਰੋਧ ਕਰਦੇ ਸਨ, ਪਰ ਉਹ ਇਹਨਾਂ ਬੁਰਾਈਆਂ ਨੂੰ ਪ੍ਰਚਾਰ ਦੁਆਰਾ ਦੂਰ ਕਰਨ ਦੇ ਹਾਮੀ ਸਨ, ਨਾ ਕਿ ਤਾਕਤ ਦੁਆਰਾ। ਉਹ ਇਹ ਸਹਿਣ ਨਹੀਂ ਸਨ ਕਰ ਸਕਦੇ ਕਿ ਕਿਸੇ ਨੂੰ ਤਾਕਤ ਦੇ ਬਲਬੂਤੇ 'ਤੇ ਆਪਣਾ ਧਰਮ ਛੱਡਣ ਲਈ ਮਜਬੂਰ ਕੀਤਾ ਜਾਏ। ਇਸ ਲਈ ਜਦ ਕਸ਼ਮੀਰੀ ਬ੍ਰਾਹਮਣਾਂ ਨੇ ਉਹਨਾਂ ਅੱਗੇ ਆ ਕੇ ਬੇਨਤੀ ਕੀਤੀ ਕਿ ਔਰੰਗਜ਼ੇਬ ਉਹਨਾਂ ਨੂੰ ਆਪਣਾ ਧਰਮ ਤਿਆਗ ਕੇ ਮੁਸਲਮਾਨ ਬਣਨ ਲਈ ਮਜਬੂਰ ਕਰ ਰਿਹਾ ਹੈ, ਤਾਂ ਉਹਨਾਂ ਨੇ ਇਸ ਜਬਰ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਅਤੇ ਆਪਣੇ ਆਪ ਦੀ ਮਹਾਨ ਕੁਰਬਾਨੀ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਹਾਨ ਪਿਤਾ ਦੀ ਕੁਰਬਾਨੀ ਤੋਂ ਇਹ ਮਹਿਸੂਸ ਕੀਤਾ ਕਿ ਇਸ ਨਿਰਦਈ ਅਤੇ ਜ਼ਾਲਮ ਸਾਮਰਾਜ ਦਾ ਟਾਕਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਇੱਕ ਤਾਂ ਮਨੁੱਖੀ ਅਣਖ ਨੂੰ ਜੋ ਸਦੀਆਂ ਦੀ ਗੁਲਾਮੀ ਦਾ ਸ਼ਿਕਾਰ ਹੋ ਚੁੱਕੀ ਸੀ ਮੁੜ ਬਹਾਲ ਕੀਤਾ ਜਾਏ, ਅਤੇ ਦੂਜੇ ਉੱਚ ਆਦਰਸ਼ ਪਿੱਛੇ ਮਰ ਮਿਟਣ ਵਾਲਿਆਂ ਸੂਰਮਿਆਂ ਨੂੰ ਸਿਖਲਾਈ ਦੇ ਕੇ ਇੱਕ ਮਜ਼ਬੂਤ ਫੌਜ ਦੇ ਰੂਪ ਵਿੱਚ
ਸੰਗਠਿਤ ਕੀਤਾ ਜਾਏ। ਇਸ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹਨਾਂ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਨੂੰ ਸਾਜਿਆ ਤੇ ਪੰਥ ਦੀ ਉਸਾਰੀ ਲਈ ਮਹਾਨ ਰਵਾਇਤਾਂ ਕਾਇਮ ਕੀਤੀਆਂ। ਉਹਨਾਂ ਨੇ ਆਜ਼ਾਦੀ ਅਤੇ ਅਣਖ ਦੇ ਜੀਵਨ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤਾਂ ਜੋ ਅਗਾਂਹ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਆਜ਼ਾਦੀ ਦਾ ਝੰਡਾ ਸਦਾ ਲਹਿਰਾਉਂਦਾ ਰੱਖਣ। ਸ਼ਹੀਦਾਂ ਦੇ ਡੁੱਲੇ ਇਸ ਪਵਿੱਤਰ ਲਹੂ ਵਿੱਚੋਂ ਬੰਦਾ ਬਹਾਦਰ, ਬਾਬਾ ਦੀਪ ਸਿੰਘ, ਅਕਾਲੀ ਫੂਲਾ ਸਿੰਘ, ਸੁੱਖਾ ਸਿੰਘ, ਮਹਿਤਾਬ ਸਿੰਘ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਜਿਹੇ ਸੂਰਮਿਆਂ ਨੇ ਜਨਮ ਲਿਆ। ਉਹ ਹੀ ਪਠਾਨ ਹਮਲਾਵਰ ਜੋ ਮਹਿਮੂਦ ਗਜ਼ਨੀ ਅਤੇ ਅਜਿਹੇ ਹੋਰ ਤਾੜਵੀਆਂ ਦੀ ਅਗਵਾਈ ਹੇਠ ਭਾਰਤ ਦੀ ਗੈਰਤ ਅਤੇ ਆਬਰੂ ਮਿੱਟੀ ਵਿੱਚ ਮਿਲਾ ਕੇ ਇੱਥੋਂ ਦੀਆਂ ਅਬਲਾ ਇਸਤਰੀਆਂ ਨੂੰ ਚੁੱਕ ਕੇ ਅਤੇ ਇੱਥੋਂ ਦੇ ਜ਼ਰੋ ਮਾਲ ਨੂੰ ਲੁੱਟ ਕੇ ਵਾਪਸ ਚਲੇ ਜਾਂਦੇ ਸਨ, ਸਿੰਘਾਂ ਦੇ ਨਾਂ ਤੋਂ ਥਰ ਥਰ ਕੰਬਣ ਲੱਗ ਪਏ ਅਤੇ ਫਿਰ ਕਦੀ ਇਸ ਪਾਸੇ ਮੂੰਹ ਕਰਨ ਦਾ ਹੀਆ ਤੱਕ ਨਾ ਕੀਤਾ। ਇਹ ਉਹਨਾਂ ਸ਼ਹੀਦਾਂ ਦਾ ਸਦਕਾ ਹੈ ਕਿ ਦੁਨੀਆ ਦੀਆਂ ਰਣ ਭੂਮੀਆਂ ਵਿੱਚ ਸਿੰਘਾਂ ਨੇ ਬਹਾਦਰੀ ਦੇ ਉਹ ਕਾਰਨਾਮੇ ਕਰ ਵਿਖਾਏ ਹਨ ਕਿ ਦੁਨੀਆ ਦੰਗ ਰਹਿ ਗਈ ਹੈ। ਇਸੇ ਗੱਲ ਨੂੰ ਸ਼ਾਹ ਮੁਹੰਮਦ ਆਪਣੇ ਪ੍ਰਸਿੱਧ ਸ਼ਬਦਾਂ ਵਿੱਚ ਬਿਆਨ ਕਰਦਿਆਂ ਲਿਖਦਾ ਹੈ, ਅੱਜ ਹੋਵੇ ਤਾਂ ਸਰਕਾਰ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਆਓ ਅੱਜ ਅਸੀਂ ਮਹਾਨ ਸਿੱਖ ਯੋਧਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਸ਼ੁਭ ਇਸ਼ਾਵਾਂ। ਧੰਨਵਾਦ। ਹਰਜੀਤ ਬਮਰਾ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ। ਅਨੰਦਪੁਰ ਦੇ ਕਿਲ੍ਹੇ ਵਿੱਚ ਮੁਗਲਾਂ ਵਿਰੁੱਧ ਲੜਦਿਆਂ ਸਿੱਖਾਂ ਨੂੰ ਕਈ ਮਹੀਨੇ ਬੀਤ ਗਏ। ਉਹਨਾਂ ਨੇ ਬਹਾਦਰੀ ਦੇ ਜੌਹਰ ਵਿਖਾ ਕੇ ਮੁਗਲ ਸੈਨਾ ਦੇ ਦੰਦ ਖੱਟੇ ਕਰ ਦਿੱਤੇ। ਆਖਰ ਮੁਗਲ ਸੈਨਾਪਤੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਿਆ ਕਿ ਚੰਗਾ ਹੋਵੇ ਜੇ ਉਹ ਕਿਲ੍ਹੇ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ। ਇਸ ਨਾਲ ਇੱਕ ਤਾਂ ਲੜਾਈ ਬੰਦ ਹੋ ਜਾਏਗੀ ਅਤੇ ਦੂਜੇ ਉਹ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗਾ ਰਹਿ ਜਾਏਗਾ। ਸਿੱਖਾਂ ਦੇ ਜ਼ੋਰ ਪਾਉਣ 'ਤੇ ਗੁਰੂ ਜੀ ਨੇ ਇਹ ਗੱਲ ਮੰਨ ਲਈ ਅਤੇ ਉਹ ਕਿਲ੍ਹੇ ਨੂੰ ਖਾਲੀ ਕਰਕੇ ਨਿਕਲ ਤੁਰੇ। ਪਰ ਮੁਸਲਮਾਨਾਂ ਨੇ ਹਮੇਸ਼ਾ ਵਾਂਗ ਫਿਰ ਧਰੋਹ ਕੀਤਾ ਅਤੇ ਕਿਲ੍ਹੇ ਨੂੰ ਖਾਲੀ ਕਰਨ ਸਮੇਂ ਉਹਨਾਂ ਨੇ ਸਿੱਖਾਂ 'ਤੇ ਹੱਲਾ ਬੋਲ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣਾਂ ਦੇ ਹਮਲੇ ਨੂੰ ਬੜੀ ਬੀਰਤਾ ਨਾਲ ਰੋਕਦੇ ਰਹੇ। ਇਸ ਆੜ ਵਿੱਚ ਗੁਰੂ ਜੀ ਕੁਝ ਬਚੇ ਖੁਚੇ ਸਿੱਖਾਂ ਸਮੇਤ ਸਰਸਾ ਨਦੀ 'ਤੇ ਪਹੁੰਚ ਗਏ। ਨਦੀ ਬੜੀ ਚੜ੍ਹੀ ਹੋਈ ਸੀ ਪਰ ਸਿੱਖਾਂ ਨੇ ਉਸ ਵਿੱਚ ਆਪਣੇ ਘੋੜੇ ਠੇਲ ਦਿੱਤੇ ਅਤੇ ਨਦੀ ਨੂੰ ਪਾਰ ਕਰਕੇ ਚਮਕੌਰ ਜਾ ਪਹੁੰਚੇ। ਰਾਤ ਪੈ ਚੁੱਕੀ ਸੀ ਅਤੇ ਦੁਸ਼ਮਣ ਪਿੱਛੇ ਪਿੱਛੇ ਆ ਰਿਹਾ ਸੀ। ਉੱਥੇ ਇੱਕ ਛੋਟੀ ਜਿਹੀ ਹਵੇਲੀ ਸੀ। ਰਾਤੋਂ ਰਾਤ ਸਿੱਖਾਂ ਨੇ ਉਹਦੀ ਮੁਰੰਮਤ ਕਰਕੇ ਉਹਨੂੰ ਕਿਲ੍ਹਾ ਬੰਦ ਕਰ ਲਿਆ। ਇਸ ਸਮੇਂ ਗੁਰੂ ਜੀ ਨਾਲ ਕੁੱਲ 40 ਸਿੱਖ ਸਨ। ਉਹਨਾਂ ਨੇ 5 ਸਿੱਖ ਵੱਡੇ ਬੂਹੇ 'ਤੇ ਅਤੇ ਕੁਝ ਸਿੱਖ ਕੋਠੇ ਦੇ ਚੌਹੀਂ ਪਾਸੀ ਪਹਿਰੇ 'ਤੇ ਖੜ੍ਹੇ ਕਰ ਦਿੱਤੇ। ਬਾਕੀਆਂ ਨੂੰ ਹੋਣ ਵਾਲੀ ਲੜਾਈ ਲਈ ਤਾਜ਼ਾ ਦਮ ਹੋਣ ਲਈ ਆਰਾਮ ਕਰਨ ਦਾ ਹੁਕਮ ਦਿੱਤਾ। ਸਵੇਰ ਹੁੰਦਿਆਂ ਹੀ ਮੁਗਲ ਸੈਨਾ ਹਜ਼ਾਰਾਂ ਦੀ ਗਿਣਤੀ ਵਿੱਚ ਚਮਕੌਰ ਸਾਹਿਬ ਵਿੱਚ ਪਹੁੰਚ ਗਈ ਅਤੇ ਗੜੀ ਦੇ ਬਾਹਰ ਘੇਰਾ ਕੱਤ ਲਿਆ। ਜਲਦੀ ਹੀ ਘਮਸਾਨ ਦੀ ਲੜਾਈ ਸ਼ੁਰੂ ਹੋ ਗਈ। ਮੁਗਲ ਜਰਨੈਲ ਨਾਹਰ ਖਾਂ ਨੇ ਅਗਾਂਹ ਵੱਧ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਦੇ ਇੱਕੋ ਤੀਰ ਨਾਲ ਹੀ ਉਹਦਾ ਸਫਾਇਆ ਹੋ ਗਿਆ। ਫਿਰ ਖਵਾਜਾ ਮਰਦੂਦ ਅੱਗੇ ਵਧਿਆ, ਉਹਦਾ ਵੀ ਉਹੀ ਹਾਲ ਹੋਇਆ। ਤੀਰਾਂ ਦੀ ਬੁਛਾੜ ਨਾਲ ਵੈਰੀ ਦਾ ਬੜਾ ਨੁਕਸਾਨ ਹੋਇਆ ਪਰ ਬੇਸ਼ੁਮਾਰ ਸੈਨਾ ਨਾਲ ਕਈਆਂ ਦਿਨਾਂ ਦੇ ਥੱਕੇ ਟੁੱਟੇ ਅਤੇ ਭੁੱਖੇ ਪਿਆਸੇ ਸਿੱਖ ਕਿੰਨਾ ਚਿਰ ਹੋਰ ਟੱਕਰਾ ਕਰ ਸਕਦੇ ਸਨ। ਆਖਰ ਗੁਰੂ ਜੀ ਨੇ ਸੋਚਿਆ ਕਿ ਸਮਾਂ ਆ ਗਿਆ ਹੈ ਕਿ ਹਰ ਸਿੱਖ ਸੈਨਿਕ ਵਾਰੀ-ਵਾਰੀ ਬਾਹਰ ਨਿਕਲ ਕੇ ਮੁਗਲਾਂ ਦੇ ਆਹੂ ਲਾਂਦਾ ਹੋਇਆ ਸ਼ਹੀਦੀ ਪ੍ਰਾਪਤ ਕਰੇ। ਇਸ ਤਰ੍ਹਾਂ ਇੱਕ-ਇੱਕ ਕਰਕੇ ਸਿੱਖ ਗੜੀ ਤੋਂ ਬਾਹਰ ਨਿਕਲਦੇ ਰਹੇ ਅਤੇ ਅਣਗਿਣਤ ਮੁਗਲ ਸੈਨਾ ਦਾ ਮੁਕਾਬਲਾ ਕਰਦੇ ਹੋਏ ਅਤੇ ਵੈਰੀ ਦੇ ਆਹੂ ਲਾਂਦੇ ਹੋਏ 13 ਸਿੱਖਾਂ ਤੋਂ ਸਿਵਾ ਸਭ ਸ਼ਹੀਦ ਹੋ ਗਏ। ਇਸ ਪਿੱਛੋਂ ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ 5 ਸਾਲਾਂ ਦੀ ਸੀ, ਅਗਲੇ ਦਿਨ ਸਵੇਰ ਮੁਕਾਬਲੇ ਲਈ ਭੇਜਣ ਦਾ ਫੈਸਲਾ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ 15 ਸਾਲ ਦੀ ਸੀ, ਅਗਲੇ ਦਿਨ ਸਵੇਰ ਮੁਕਾਬਲੇ ਲਈ ਭੇਜਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ, ਜੰਗੀ ਬਾਣਾ ਪਹਿਨਾਇਆ, ਸ਼ਸਤਰਾਂ ਨਾਲ ਲੈਸ ਕੀਤਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਹੇ ਅਕਾਲ ਪੁਰਖ, ਤੇਰੀ ਸੌਂਪੀ ਦਾਤ ਅੱਜ ਮੈਂ ਤੈਨੂੰ ਵਾਪਸ ਭੇਜ ਰਿਹਾ ਹਾਂ। ਤੂੰ ਇਸ ਅਲੂਈ ਜਾਨ ਨੂੰ ਅਣਖ ਅਤੇ ਇੱਜ਼ਤ ਦੀ ਖਾਤਰ ਸ਼ਹੀਦੀ ਪ੍ਰਾਪਤ ਕਰਨ ਦਾ ਹੌਸਲਾ ਦੇ ਅਤੇ ਸ਼ਹੀਦੀ ਤੋਂ ਬਾਅਦ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼। ਇਸ ਪਿੱਛੋਂ ਅਜੀਤ ਸਿੰਘ ਨੂੰ ਉਹਨਾਂ ਨੇ ਆਪ ਘੋੜੇ 'ਤੇ ਚੜ੍ਹਾਇਆ ਅਤੇ 5 ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਨੂੰ ਨਾਲ ਭੇਜਿਆ। ਦੋਵੇਂ ਜਣਿਆਂ ਨੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਅਤੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਉਂਦੇ ਹੋਏ ਗੜੀ ਵਿੱਚੋਂ ਬਾਹਰ ਨਿਕਲੇ ਅਤੇ ਬਿਜਲੀ ਵਾਂਗ ਵੈਰੀ ਦੀ ਸੈਨਾ 'ਤੇ ਬੇਤਹਾਸ਼ਾ ਹੱਲਾ ਬੋਲ ਦਿੱਤਾ।
ਉਧਰ ਜਦ ਵੈਰੀਆਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇੱਕੋ ਸਿੰਘ ਨਾਲ ਗੜੀ ਵਿੱਚੋਂ ਬਾਹਰ ਨਿਕਲਦੇ ਵੇਖਿਆ ਤਾਂ ਉਹ ਵੀ ਇਹਨਾਂ ਦੇ ਗਿਰਦ ਘੇਰਾ ਪਾ ਕੇ ਜਿਉਂਦੇ ਜੀ ਫੜ ਲੈਣ ਦੀ ਵਿਚਾਰ ਨਾਲ ਅੱਗੇ ਵਧੇ। ਪਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਤੀਰਾਂ ਦਾ ਬੇਪਨਾਹ ਮੀਂਹ ਵਰਸਾਇਆ ਤਾਂ ਵੈਰੀ ਦੇ ਹੋਸ਼ ਟਿਕਾਣੇ ਆ ਗਏ। ਵੈਰੀ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਜਿਉਂਦੇ ਜੀ ਫੜਨਾ ਸਹਿਲ ਕੰਮ ਨਹੀਂ। ਕਈ ਸੌ ਸਿਪਾਹੀਆਂ ਨੂੰ ਫੱਟੜ ਕਰਨ ਪਿੱਛੋਂ ਜਦੋਂ ਉਹਨਾਂ ਦੇ ਤਰਕਸ਼ ਵਿੱਚੋਂ ਤੀਰ ਮੁੱਕ ਗਏ ਤਾਂ ਉਹਨਾਂ ਨੇ ਨੇਜ਼ਾ ਧੂ ਲਿਆ ਅਤੇ ਦੁਸ਼ਮਣਾਂ ਦੇ ਦਰਜਨਾਂ ਸੈਨਿਕਾਂ ਨੂੰ ਵਿੰਨ੍ਹ ਕੇ ਰੱਖ ਦਿੱਤਾ। ਆਖਰ ਦੁਸ਼ਮਣ ਦਾ ਇੱਕ ਤੀਰ ਉਹਨਾਂ ਦੇ ਘੋੜੇ ਨੂੰ ਲੱਗਣ ਨਾਲ ਉਹ ਨਕਾਰਾ ਹੋ ਗਿਆ। ਹੁਣ ਉਹ ਘੋੜੇ ਤੋਂ ਉੱਤਰ ਪਏ। ਭਾਈ ਮੋਹਕਮ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਤਲਵਾਰ ਨਾਲ ਫਿਰ ਕਈਆਂ ਸ਼ਤਰੂਆਂ ਨੂੰ ਪਾਰ ਬੁਲਾ ਦਿੱਤਾ। ਪਰ ਹੁਣ ਦੁਸ਼ਮਣ ਵੱਲੋਂ ਇੱਕ ਤੀਰ ਆਇਆ ਜੋ ਸਾਹਿਬਜ਼ਾਦੇ ਨੂੰ ਆ ਲੱਗਾ। ਇਸ ਨਾਲ ਉਹ ਜ਼ਖਮੀ ਹੋ ਕੇ ਰਣ ਭੂਮੀ ਵਿੱਚ ਵੈਰੀਆਂ ਦੇ ਛੱਕੇ ਛੁਡਾਉਂਦੇ ਹੋਏ ਸ਼ਹੀਦ ਹੋ ਗਏ। ਆਪਣੀ ਛੋਟੀ ਉਮਰ ਵਿੱਚ ਹੀ ਇਤਨੀ ਬੇਮਿਸਾਲ ਬੀਰਤਾ ਦਿਖਾਈ ਕਿ ਦੁਸ਼ਮਣ ਵੀ ਉਹਨਾਂ ਦੀ ਉਸਤਤ ਕਰਨ ਤੋਂ ਬਿਨਾਂ ਨਾ ਰਹਿ ਸਕਿਆ। ਗੁਰੂ ਗੋਬਿੰਦ ਸਿੰਘ ਜੀ ਇਹ ਸਾਰਾ ਦ੍ਰਿਸ਼ ਗੜੀ ਦੀ ਛੱਤ ਉੱਤੇ ਖੜੇ ਹੋ ਕੇ ਵੇਖ ਰਹੇ ਸਨ ਅਤੇ ਸਾਹਿਬਜ਼ਾਦੇ ਦੀ ਇਸ ਬੀਰਤਾ 'ਤੇ ਖੁਸ਼ ਹੋ ਰਹੇ ਸਨ। ਜਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਕੇ ਧਰਤੀ 'ਤੇ ਡਿੱਗ ਪਏ ਤਾਂ ਗੁਰੂ ਜੀ ਅਤੇ ਗੜੀ ਵਿੱਚ ਬਾਕੀ ਰਹਿ ਗਏ ਸਿੱਖਾਂ ਨੇ ਬੜੇ ਜ਼ੋਰ ਨਾਲ ਜੈਕਾਰਾ ਛੱਡਿਆ, ਜਿਸ ਨਾਲ ਆਕਾਸ਼ ਗੂੰਜ ਉੱਠਿਆ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੋਇਆਂ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਖੂਨ ਨੇ ਉਬਾਲਾ ਖਾਧਾ। ਉਹ ਗੁਰੂ ਜੀ ਪਾਸ ਆਏ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਪਿਤਾ ਜੀ, ਜਿਸ ਰਾਹ ਮੇਰਾ ਵੱਡਾ ਵੀਰ ਗਿਆ ਏ, ਮੇਰਾ ਰਾਹ ਵੀ ਉਹੀ ਏ। ਮੈਨੂੰ ਆਗਿਆ ਦਿਓ ਕਿ ਮੈਂ ਵੀ ਧਰਮ ਦੀ ਰੱਖਿਆ ਅਤੇ ਜ਼ੁਲਮ ਦਾ ਨਾਸ਼ ਕਰਨ ਲਈ ਮੈਦਾਨ ਵਿੱਚ ਜਾਵਾਂ ਅਤੇ ਵੈਰੀਆਂ ਦਾ ਟਾਕਰਾ ਕਰਦਾ ਹੋਇਆ ਸ਼ਹੀਦੀ ਪਾ ਕੇ ਸੱਚਖੰਡ ਵਿੱਚ ਆਪਣੇ ਵੀਰ ਪਾਸ ਜਾ ਬੈਠਾਂ। ਗੁਰੂ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਕਹਿਣ ਲੱਗੇ, ਬੇਟਾ, ਬਹਾਦਰੀ ਦੀ ਮੌਤ ਕੌਮ ਵਿੱਚ ਇੱਕ ਨਵੀਂ ਰੂਹ ਪਾ ਦਿੰਦੀ ਏ। ਮੈਂ ਬਹੁਤ ਪ੍ਰਸੰਨ ਹਾਂ ਕਿ ਤੂੰ ਇੱਕ ਬਹਾਦਰ ਕੌਮ ਦੀ ਉਸਾਰੀ ਵਿੱਚ ਆਪਣੀ ਆਹੂਤੀ ਪਾਉਣ ਲਈ ਤਿਆਰ ਏ। ਜਾ ਬੇਟਾ, ਜਾ ਅਤੇ ਜ਼ੁਲਮ ਦਾ ਟਾਕਰਾ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ। ਇਹ ਕਹਿ ਕੇ ਗੁਰੂ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਪਹਿਲਾਂ ਵਾਂਗ ਆਪਣੇ ਹੱਥੀਂ ਤਿਆਰ ਕੀਤਾ, ਦਸਤਾਰ ਸਜਾਈ, ਤੀਰ ਕਮਾਨ, ਤਲਵਾਰ ਅਤੇ ਨੇਜ਼ੇ ਨਾਲ ਲੈਸ ਕੀਤਾ ਅਤੇ ਅਕਾਲ ਪੁਰਖ ਸਾਹਮਣੇ ਅਰਦਾਸ ਕਰਕੇ ਸਾਹਿਬਜ਼ਾਦੇ ਨੂੰ ਦਿਆ ਸਿੰਘ ਅਤੇ ਸਾਹਿਬ ਸਿੰਘ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਰਣ ਭੂਮੀ ਵੱਲ ਤੋਰ ਦਿੱਤਾ। ਇਸ ਵੇਲੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਮਰ 14 ਸਾਲਾਂ ਦੀ ਸੀ। ਗੁਰੂ ਜੀ ਨੂੰ ਪਤਾ ਸੀ ਕਿ ਇਤਨੀ ਛੋਟੀ ਉਮਰ ਵਿੱਚ ਅਣਗਿਣਤ ਦੁਸ਼ਮਣਾਂ ਦਾ ਸਾਹਮਣਾ ਕਰਨਾ ਅਤੀ ਕਠਿਨ ਹੈ। ਸੋ ਗੁਰੂ ਜੀ ਨੇ ਗੜੀ ਵਿੱਚੋਂ ਆਪ ਵੀ ਦੁਸ਼ਮਣਾਂ ਦੇ ਤੀਰਾਂ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀ ਆੜ ਹੇਠ ਜੁਝਾਰ ਸਿੰਘ ਦੁਸ਼ਮਣਾਂ ਦੀਆਂ ਸਫਾਂ ਚੀਰਦੇ ਹੋਏ ਕਿੰਨੀ ਦੂਰ ਅਗਾਂਹ ਨਿਕਲ ਗਏ। ਦੁਸ਼ਮਣ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਅਗਾਂਹ ਵੱਧ ਕੇ ਗੜੀ ਵਿੱਚੋਂ ਨਿਕਲਦਿਆਂ ਹੀ ਉਹਨਾਂ ਨੂੰ ਘੇਰੇ ਵਿੱਚ ਲੈ ਲਿਆ ਜਾਏ, ਪਰ ਵੈਰੀ ਨੂੰ ਇਸ ਕੰਮ ਵਿੱਚ ਬੜੀ ਮਾਯੂਸੀ ਹੋਈ। ਸਾਹਿਬ ਸਿੰਘ ਇੱਕ ਪਾਸੇ ਸਨ, ਦਿਆ ਸਿੰਘ ਦੂਜੇ ਪਾਸੇ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਵਿਚਕਾਰ ਸਨ। ਇਹਨਾਂ ਨੇ ਇਤਨੇ ਜੋਸ਼ ਨਾਲ ਵੈਰੀ ਦਾ ਮੁਕਾਬਲਾ ਕੀਤਾ ਕਿ ਵੈਰੀ ਦੇ ਛੱਕੇ ਛੁਡਾ ਦਿੱਤੇ। ਦੁਪਹਿਰ ਹੋ ਚੁੱਕੀ ਸੀ। ਲੜਾਈ ਦੀ ਥਕਾਵਟ ਅਤੇ ਧੁੱਪ ਦੇ ਕਾਰਨ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਪਿਆਸ ਲੱਗੀ। ਉਹਨਾਂ ਨੇ ਗੁਰੂ ਜੀ ਵੱਲ ਮੁੜ ਕੇ ਪਾਣੀ ਲਈ ਪੁਕਾਰਿਆ। ਅੱਗੋਂ ਗੁਰੂ ਜੀ ਨੇ ਫਰਮਾਇਆ, ਬੇਟਾ, ਤੇਰਾ ਵੀਰ ਅਜੀਤ ਸਿੰਘ ਸੱਚਖੰਡ ਵਿੱਚ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਲਈ ਖੜਾ ਤੈਨੂੰ ਉਡੀਕ ਰਿਹਾ ਹੈ। ਹੁਣ ਤੂੰ ਉਹਦੇ ਪਾਸ ਜਾ ਕੇ ਹੀ ਆਪਣੀ ਪਿਆਸ ਬੁਝਾਓ। ਇਹ ਸੁਣ ਕੇ ਜੁਝਾਰ ਸਿੰਘ ਨੇ ਇੱਕ ਵਾਰ ਫਿਰ ਵੈਰੀ 'ਤੇ ਬਿਜਲੀ ਵਾਂਗ ਟੁੱਟ ਪਏ। ਅਚਨਚੇਤ ਇੱਕ ਤੀਰ ਉਹਨਾਂ ਦੀ ਛਾਤੀ ਵਿੱਚ ਆਉਣ ਲੱਗਾ, ਜਿਸ ਨਾਲ ਉਹ ਮੂਰਛਾ ਖਾ ਕੇ ਘੋੜੇ ਤੋਂ ਥੱਲੇ ਡਿੱਗ ਪਏ ਅਤੇ ਪਰਲੋਕ ਸਧਾਰ ਗਏ। ਇਹ ਵੇਖ ਕੇ ਗੜੀ 'ਤੇ ਖੜੇ ਗੁਰੂ ਜੀ ਅਤੇ ਸਿੱਖਾਂ ਨੇ, ਜੋ ਇਹ ਸਭ ਕੌਤਕ ਵੇਖ ਰਹੇ ਸਨ, ਇੱਕ ਹੋਰ ਜੈਕਾਰਾ ਛੱਡਿਆ ਅਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਆਪਣੀ ਅਮਾਨਤ ਵਾਪਸ ਲੈ ਲਈ ਹੈ। ਇਤਨੇ ਨੂੰ ਸ਼ਾਮ ਪੈ ਗਈ ਅਤੇ ਲੜਾਈ ਖਤਮ ਹੋ ਗਈ। ਹੁਣ ਬਾਕੀ ਗਿਣਤੀ ਦੇ ਹੀ ਸਿੱਖ ਰਹਿ ਗਏ ਸਨ। ਉਹਨਾਂ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਉਹ ਰਾਤ ਵੇਲੇ ਗੜੀ ਵਿੱਚੋਂ ਨਿਕਲ ਜਾਣ, ਕਿਉਂਕਿ ਜੇ ਗੁਰੂ ਜੀ ਬਚੇ ਰਹੇ ਤਾਂ ਉਹ ਫਿਰ ਸਿੱਖਾਂ ਨੂੰ ਇਕੱਠਾ ਕਰਕੇ ਮੁਗਲਾਂ ਦੇ ਜ਼ੁਲਮ ਦਾ ਨਾਸ਼ ਕਰ ਸਕਣਗੇ, ਅਤੇ ਜੇ ਉਹ ਆਪ ਹੀ ਸ਼ਹੀਦ ਹੋ ਗਏ ਤਾਂ ਸਿੱਖਾਂ ਦੇ ਹੌਸਲੇ ਟੱਟ ਜਾਣਗੇ। ਗੁਰੂ ਸਾਹਿਬ ਸਿੱਖਾਂ ਦਾ ਹੁਕਮ ਨਹੀਂ ਸਨ ਮੋੜ ਸਕਦੇ, ਕਿਉਂਕਿ ਉਹਨਾਂ ਨੇ ਇਹ ਸਪਸ਼ਟ ਕਰਨਾ ਸੀ ਕਿ ਗੁਰੂ ਕੋਲੋਂ ਸੰਗਤ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਗੁਰੂ ਜੀ ਨੇ ਇਸੇ ਤਰ੍ਹਾਂ ਹੀ ਕੀਤਾ। ਬਾਕੀ ਬਚੇ ਸਿੱਖਾਂ ਵਿੱਚ ਇੱਕ ਭਾਈ ਸੰਤ ਸਿੰਘ ਸਨ, ਜਿਨ੍ਹਾਂ ਦਾ ਮੁਹਾਂਦਰਾ ਗੁਰੂ ਜੀ ਨਾਲ ਮਿਲਦਾ ਸੀ। ਉਹਨਾਂ ਨੇ ਗੁਰੂ ਜੀ ਦੀ ਕਲਗੀ ਲਾ ਲਈ ਅਤੇ ਉਹਨਾਂ ਦੀ ਥਾਂ ਸੱਜ ਕੇ ਬੈਠ ਗਏ। ਇਹ ਇਸ ਲਈ ਕੀਤਾ ਗਿਆ ਕਿ ਜਿਸ ਵੇਲੇ ਭਾਈ ਸੰਤ ਸਿੰਘ ਸ਼ਹੀਦ ਹੋ ਜਾਣਗੇ ਤਾਂ ਮੁਗਲ ਸੈਨਾ ਵਿੱਚ ਇਹ ਖਬਰ ਫੈਲ ਜਾਏਗੀ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ। ਇਸ ਲਈ ਉਹ ਗੁਰੂ ਜੀ ਦਾ ਪਿੱਛਾ ਨਹੀਂ ਕਰਨਗੇ। ਇਹ ਗੱਲ ਇਸੇ ਤਰ੍ਹਾਂ ਹੋਈ ਅਤੇ ਗੁਰੂ ਜੀ ਨੇ ਉੱਥੋਂ ਮਾਛੇਵਾੜੇ ਵੱਲ ਜਾਣ ਤੋਂ ਪਿੱਛੋਂ ਸੰਤ ਸਿੰਘ ਵੀ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਵਾਂਗ ਲੜਦੇ ਹੋਏ ਸ਼ਹੀਦ ਹੋ ਗਏ।
ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਸੀਂ ਹੈਰਾਨ ਹੋਵਾਂਗੇ ਕਿ ਇਤਨੀ ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਸਿੱਖ ਬੇਸ਼ੁਮਾਰ ਵੈਰੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦੇ ਸਨ। ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ, ਕਿਉਂਕਿ ਸਿੱਖ ਇੱਕ ਉੱਚੇ ਆਦਰਸ਼ ਵਾਸਤੇ ਲੜਦੇ ਸਨ, ਪਰ ਮੁਗਲ ਸੈਨਿਕਾਂ ਦਾ ਨਿਸ਼ਾਨਾ ਸਿਰਫ ਤਨਖਾਹ ਹੀ ਹੁੰਦਾ ਸੀ। ਇੱਕ ਆਦਰਸ਼ ਵਾਸਤੇ ਲੜਨ ਵਾਲੇ ਦੀ ਆਤਮਾ ਵਿੱਚ ਪਰਮਾਤਮਾ ਆਪ ਆ ਵਸਦਾ ਹੈ ਤੇ ਉਹਨੂੰ ਅਨੰਤ ਸ਼ਕਤੀ ਬਖਸ਼ਦਾ ਹੈ। ਬਚਿੱਤਰ ਸਿੰਘ। ਮੁਗਲ ਅਤੇ ਪਹਾੜੀ ਸੈਨਾਵਾਂ ਨੇ ਕਈ ਮਹੀਨਿਆਂ ਤੋਂ ਅਨੰਦਪੁਰ ਦਾ ਘੇਰਾ ਕੱਤਿਆ ਹੋਇਆ ਸੀ। ਸਿੱਖ ਸੂਰਮੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕਰਦੇ ਤੇ ਉਹਨੂੰ ਅਕਹਿ ਜਾਨੀ ਤੇ ਮਾਲੀ ਨੁਕਸਾਨ ਪਹੁੰਚਾ ਕੇ ਕਿਲੇ ਵਿੱਚ ਵਾਪਸ ਮੁੜ ਆਉਂਦੇ। ਕਈ ਵਾਰ ਰਾਤ ਦੇ ਹਨੇਰੇ ਵਿੱਚ ਅਚਾਨਕ ਹੱਲਾ ਬੋਲ ਕੇ ਸੁੱਤੇ ਪਏ ਅਤੇ ਬੇਖਬਰ ਵੈਰੀ ਦੀਆਂ ਸਫਾਂ ਚੀਰਦੇ ਹੋਏ ਉਹਦੀ ਰਸਦ ਅਤੇ ਗੋਲਾ ਬਰੂਦ ਦੇ ਜ਼ਖੀਰੇ ਲੁੱਟ ਲਿਆਂਦੇ ਤੇ ਉਸ ਵਿੱਚ ਖਲਬਲੀ ਮਚਾ ਆਉਂਦੇ। ਨਿੱਤ ਦਿਨ ਦੇ ਇਸ ਨੁਕਸਾਨ ਤੋਂ ਵੈਰੀ ਸਖਤ ਤੰਗ ਆ ਗਿਆ ਸੀ। ਉਹ ਗੁਰੂ ਜੀ ਨੂੰ ਹੇਠੀ ਦਿਖਾਉਣ ਦੀਆਂ ਕਈ ਵਿਉਂਤਾਂ ਬਣਾਉਂਦਾ, ਪਰ ਉਹਦੀ ਇੱਕ ਨਾ ਚੱਲਦੀ ਤੇ ਹਰ ਵਾਰ ਉਹਨੂੰ ਮੂੰਹ ਦੀ ਖਾਣੀ ਪੈਂਦੀ। ਇਸ ਜੰਗ ਵਿੱਚ ਉਹਨੂੰ ਜਿੱਤ ਦੀ ਕੋਈ ਆਸ ਨਜ਼ਰ ਨਹੀਂ ਸੀ ਆ ਰਹੀ ਤੇ ਨਾ ਹੀ ਮੈਦਾਨ ਖਾਲੀ ਕਰਕੇ ਵਾਪਸ ਮੁੜ ਜਾਣ ਦਾ ਉਹਨੂੰ ਕੋਈ ਠੋਸ ਬਹਾਨਾ ਹੀ ਮਿਲਦਾ ਸੀ ਜਿਸ ਨਾਲ ਕਿ ਉਹ ਨਮੋਸ਼ੀ ਤੋਂ ਬਚ ਸਕਦਾ। ਇਸ ਲਈ ਤੰਗ ਆ ਕੇ ਉਹਨੇ ਇੱਕ ਵਿਉਂਤ ਬਣਾਈ ਕਿ ਜਿਸ ਦੇ ਸਫਲ ਹੋਣ ਨਾਲ ਉਹ ਕਿਲੇ ਦਾ ਵੱਡਾ ਬੂਹਾ ਭੰਨ ਕੇ ਅੰਦਰ ਦਾਖਲ ਹੋ ਸਕਦਾ ਸੀ ਤੇ ਬਚੀ ਖੁਚੀ ਸਿੱਖ ਸੈਨਾ ਦਾ ਸਫਾਇਆ ਕਰ ਸਕਦਾ ਸੀ। ਇਸ ਵਿਉਂਤ ਨੂੰ ਸਿਰੇ ਚੜਾਉਣ ਲਈ ਉਹਨੇ ਇੱਕ ਜੰਗੀ ਹਾਥੀ ਤਿਆਰ ਕੀਤਾ ਤੇ ਸਲਾਹ ਬਣਾਈ ਕਿ ਇਸ ਜੰਗੀ ਹਾਥੀ ਦੇ ਮੱਥੇ ਤੇ ਲੋਹੇ ਦਾ ਇੱਕ ਮੋਟਾ ਸਾਰਾ ਤਵਾ ਬੰਨ੍ਹ ਕੇ ਤੇ ਉਹਨੂੰ ਸ਼ਰਾਬ ਨਾਲ ਖੂਬ ਮਸਤ ਕਰਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਜਾਵੇ। ਇਹ ਖਬਰ ਇੱਕ ਸੂਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਦੱਸੀ। ਉਸ ਵਕਤ ਗੁਰੂ ਜੀ ਸ਼ਾਮ ਦੇ ਦਰਬਾਰ ਵਿੱਚ ਸੱਜੇ ਹੋਏ ਸਨ ਤੇ ਢੱਡ ਪੁਰਾਣੇ ਯੋਧਿਆਂ ਦੀਆਂ ਵਾਰਾਂ ਗਾ ਕੇ ਸਿੱਖ ਸੂਰਮਿਆਂ ਵਿੱਚ ਅਕਹਿ ਜੋਸ਼ ਭਰ ਰਹੇ ਸਨ। ਸੂਹੇ ਨੇ ਕਿਹਾ, ਸੱਚੇ ਪਾਤਸ਼ਾਹ, ਕਿਲੇ ਦਾ ਵੱਡਾ ਦਰਵਾਜ਼ਾ ਤੋੜਨ ਲਈ ਵੈਰੀ ਨੇ ਮਸਤ ਹਾਥੀ ਨੂੰ ਲੋਹੇ ਦੀ ਢਾਲ ਨਾਲ ਲੈਸ ਕਰਕੇ ਭੇਜਣ ਦਾ ਫੈਸਲਾ ਕੀਤਾ ਹੈ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ। ਜਿਸ ਦਾ ਅਕਾਲ ਪੁਰਖ ਰਾਖਾ ਹੋਏ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹ ਕਹਿੰਦਿਆਂ ਉਹਨਾਂ ਨੇ ਪਰੇ ਦੀਵਾਨ ਵਿੱਚ ਚਾਰੇ ਪਾਸੇ ਨਜ਼ਰ ਫੇਰੀ। ਲਾਗੇ ਹੀ ਇੱਕ ਸਿੱਖ ਬੈਠਾ ਸੀ ਜਿਸ ਦਾ ਨਾਂ ਦੁਨੀ ਚੰਦ ਮਸੰਦ ਸੀ। ਉਹ ਸਰੀਰ ਦਾ ਹੱਟਾ ਕੱਟਾ ਸੀ ਤੇ ਲੰਗਰ ਦੇ ਪ੍ਰਸ਼ਾਦੇ ਛਕ ਕੇ ਉਹਦੀ ਦੇਹ ਖੂਬ ਪਲੀ ਹੋਈ ਸੀ। ਉਹ ਡੀਲ ਡੌਲ ਵਿੱਚ ਕਿਸੇ ਤਰ੍ਹਾਂ ਵੀ ਹਾਥੀ ਤੋਂ ਘੱਟ ਨਹੀਂ ਸੀ। ਗੁਰੂ ਜੀ ਨੇ ਉਹਦੀ ਵੱਲ ਇਸ਼ਾਰਾ ਕਰਦਿਆਂ ਕਿਹਾ, ਵੈਰੀ ਦੇ ਖੂਨੀ ਹਾਥੀ ਦਾ ਟਾਕਰਾ ਕਰਨ ਲਈ ਸਾਡਾ ਸੂਰਮਾ ਦੁਨੀ ਚੰਦ ਜੋ ਹੈ, ਵੇਖਿਓ ਇਹ ਕਿਵੇਂ ਹਾਥੀ ਦੇ ਅੜਾਟ ਕੱਢਦਾ ਹੈ। ਜਦ ਦੁਨੀ ਚੰਦ ਨੇ ਸੁਣਿਆ ਕਿ ਵੈਰੀ ਦੇ ਖੂਨੀ ਹਾਥੀ ਦਾ ਟਾਕਰਾ ਕਰਨ ਲਈ ਗੁਰੂ ਜੀ ਨੇ ਉਹਨੂੰ ਚੁਣਿਆ ਹੈ ਤਾਂ ਉਹਦੇ ਹੋਸ਼ ਉੱਡ ਗਏ। ਭਾਵੇਂ ਉਹ ਕੱਦ ਕਾਠ ਤੋਂ ਬੜਾ ਬਲਵਾਨ ਲੱਗਦਾ ਸੀ, ਪਰ ਅੰਦਰੋਂ ਉਹ ਬੜਾ ਡਰਾਕਲ ਤੇ ਬੁਜ਼ਦਿਲ ਸੀ। ਉਹ ਗੁਰੂ ਜੀ ਪਾਸ ਕੇਵਲ ਖਾਣ ਪੀਣ ਤੇ ਗੱਫੇ ਉਡਾਉਣ ਲਈ ਹੀ ਠਹਿਰਿਆ ਹੋਇਆ ਸੀ। ਇਹ ਖਿਆਲ ਉਸਨੂੰ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਆਇਆ ਕਿ ਗੁਰੂ ਜੀ ਉਹਨੂੰ ਬਲਦੀ ਦੇ ਮੂੰਹ ਵਿੱਚ ਟਿੱਕ ਦੇਣਗੇ। ਇਸ ਲਈ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਉਹ ਮੂੰਹੋਂ ਤਾਂ ਕੁਝ ਨਾ ਬੋਲਿਆ, ਪਰ ਅੰਦਰੋਂ ਅੰਦਰ ਬੜਾ ਸਟਪਟਾਇਆ ਤੇ ਸਿਰ 'ਤੇ ਪਈ ਇਸ ਅਚਾਨਕ ਮੁਸੀਬਤ ਤੋਂ ਬਚਣ ਦੀਆਂ ਵਿਉਂਤਾਂ ਸੋਚਣ ਲੱਗ ਪਿਆ। ਸੋਚ ਕੇ ਅੰਤੋਂ ਇਸ ਸਿੱਟੇ 'ਤੇ ਪਹੁੰਚਿਆ ਕਿ ਸਵੇਰ ਹੋਣ ਤੋਂ ਪਹਿਲਾਂ ਹੀ ਚੁੱਪਚਾਪ ਕਿਲੇ ਵਿੱਚੋਂ ਖਿਸਕ ਜਾਣ ਵਿੱਚ ਹੀ ਉਸਦਾ ਭਲਾ ਹੈ। ਉਹਨੇ ਆਪਣੇ ਕੁਝ ਸਾਥੀਆਂ ਨੂੰ ਵੀ ਇਹ ਕਹਿ ਕੇ ਖਿਸਕਣ ਲਈ ਵਰਗਲਾ ਲਿਆ ਕਿ ਗੁਰੂ ਜੀ ਨੇ ਵੈਰੀ ਨਾਲ ਖਾਮਖਾ ਟੱਕਰ ਲੈ ਕੇ ਬਲਾ ਗੱਲ ਸਹੇੜ ਲਈਏ। ਵੈਰੀ ਦੇ ਟਿੱਡੀ ਦਲ ਸਾਹਮਣੇ ਮੁੱਠੀ ਪਰ ਸਿੱਖ ਭਲਾ ਕਿੰਨਾ ਕੁ ਚਿਰ ਖੜੋ ਸਕਣਗੇ। ਗੁਰੂ ਜੀ ਨੇ ਹੌਲੀ ਹੌਲੀ ਸਭ ਸਿੱਖਾਂ ਨੂੰ ਮਰਵਾ ਕੇ ਹੀ ਸਾਹ ਲੈਣਾ ਹੈ। ਇਸ ਲਈ ਸਾਡਾ ਬਚਾਅ ਇਸੇ ਵਿੱਚ ਹੀ ਹੈ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਇੱਥੋਂ ਖਿਸਕਣ ਦੀ ਕਰੀਏ। ਸੋ ਅੱਧੀ ਰਾਤ ਵੇਲੇ ਜਦ ਸਭ ਜਣੇ ਸੌਂ ਗਏ ਤੇ ਹਰ ਪਾਸੇ ਚੁੱਪਚਾਪ ਛਾ ਗਈ ਤਾਂ ਦੁਨੀ ਚੰਦ ਆਪਣੇ ਸਾਥੀਆਂ ਦੇ ਨਾਲ ਲੈ ਕੇ ਚੋਰਾਂ ਵਾਂਗ ਚੁੱਪ ਚਪੀਤੇ ਕਿਲੇ ਦੀ ਕੰਧ ਤੋਂ ਬਾਹਰ ਰੱਸਿਆਂ ਦੁਆਰਾ ਹੇਠਾਂ ਉਤਰਨ ਦੇ ਯਤਨਾਂ ਵਿੱਚ ਰੁੱਝ ਗਿਆ। ਉਹਦੇ ਬਾਕੀ ਸਭ ਸਾਥੀ ਤਾਂ ਸੁੱਖ ਸਾਂਦ ਬਾਹਰ ਨਿਕਲਣ ਵਿੱਚ ਸਫਲ ਹੋ ਗਏ, ਪਰ ਕੁਝ ਦਾ ਸਰੀਰ ਭਾਰਾ ਹੋਣ ਕਰਕੇ ਤੇ ਕੁਝ ਘਬਰਾਹਟ ਕਾਰਨ ਉਹਦਾ ਪੈਰ ਤਿਲਕ ਗਿਆ ਤੇ ਉਹ ਕਾਫੀ ਉਚਾਈ ਤੋਂ ਧੜਮ ਕਰਦਾ ਪੁੰਜੇ ਜਾ ਡਿੱਗਾ ਤੇ ਡਿੱਗਦਿਆਂ ਹੀ ਉਹਦੀ ਲੱਤ ਟੁੱਟ ਗਈ। ਉਹਦੇ ਸਾਥੀਆਂ ਨੇ ਉਹਦੀ ਹਾਲਤ 'ਤੇ ਤਰਸ ਖਾਧਾ ਤੇ ਉਹਨੂੰ ਡਿੱਗਦੇ ਢਹਿੰਦੇ ਨੂੰ ਸਹਾਰਾ ਦਿੰਦੇ ਹੋਏ ਸਵੇਰ ਹੋਣ ਤੋਂ ਪਹਿਲਾਂ ਹੀ ਖਤਰੇ ਤੋਂ ਦੂਰ ਲੈ ਗਏ। ਦੁਨੀ ਚੰਦ ਗੁਰੂ ਜੀ ਤੋਂ ਬੇਮੁਖ ਹੋ ਗਿਆ ਸੀ ਤੇ ਗੁਰੂ ਤੋਂ ਬੇਮੁਖ ਹੋਏ ਨੂੰ ਨਾ ਤਾਂ ਇਸ ਦੁਨੀਆ ਵਿੱਚ ਨਾ ਅੱਗੇ ਟੋਈ ਮਿਲਦੀ ਹੈ। ਉਹ ਕਾਇਰ ਬਣ ਕੇ ਮੌਤ ਤੋਂ ਭੱਜਾ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਆਈ ਮੌਤ ਤੋਂ ਕੋਈ ਵੀ ਬਚ ਨਹੀਂ ਸਕਦਾ। ਸੋ ਪੀੜ ਨਾਲ ਬੇਬਲ ਹੋਇਆ ਡਿੱਗਦਾ ਟਹਿੰਦਾ ਬੜੀ ਮੁਸ਼ਕਿਲ ਨਾਲ ਆਪਣੇ ਘਰ ਪਹੁੰਚਿਆ। ਇਸ ਡਰ ਕਾਰਨ ਕਿ ਲੋਕਾਂ ਨੂੰ ਉਹਦੇ ਗੁਰੂ ਜੀ ਤੋਂ ਭਗੌੜੇ ਹੋਣ ਬਾਰੇ ਪਤਾ ਨਾ ਲੱਗ ਜਾਏ, ਉਹ ਆਪਣੇ ਘਰ ਅੰਦਰ ਇੱਕ ਪੋਰੇ ਵਿੱਚ ਜਾ ਲੁਕਿਆ। ਪਰ ਕੁਦਰਤ ਦਾ ਭਾਣਾ ਐਸਾ ਹੋਇਆ ਕਿ ਇੱਕ ਜ਼ਹਿਰੀਲੇ ਫਨੀਅਰ ਸੱਪ ਦੇ ਡਸ ਜਾਣ ਨਾਲ ਉਹਦੀ ਮੌਤ
ਹੋ ਗਈ। ਇਸ ਤਰ੍ਹਾਂ ਜੰਗ ਵਿੱਚ ਯੋਧਿਆਂ ਵਾਲੀ ਅਣਖ ਆਬਰੂ ਦੀ ਮੌਤ ਨੂੰ ਛੱਡ ਕੇ ਉਹ ਕਾਇਰਾਂ ਦੀ ਜ਼ਲੀਲ ਮੌਤੇ ਮਰਿਆ। ਅਗਲੇ ਦਿਨ ਜਦ ਦੁਨੀ ਚੰਦ ਨੇ ਅਚਾਨਕ ਰਾਤੋਂ ਰਾਤ ਕਿਲੇ ਤੋਂ ਨੱਸ ਜਾਣ ਦੀ ਖਬਰ ਗੁਰੂ ਜੀ ਨੂੰ ਮਿਲੀ ਤਾਂ ਉਹਨਾਂ ਨੇ ਕਿਹਾ, ਜੇ ਦੁਨੀ ਚੰਦ ਨੱਸ ਗਿਆ ਏ ਤਾਂ ਕੋਈ ਗੱਲ ਨਹੀਂ, ਖੂਨੀ ਹਾਥੀ ਦਾ ਟੱਕਰਾ ਕਰਨ ਲਈ ਇੱਥੇ ਹੋਰ ਕਈ ਸਿੰਘ ਸੂਰਮੇ ਹਨ। ਉਸ ਵੇਲੇ ਗੁਰੂ ਜੀ ਦੀ ਅਰਦਲ ਵਿੱਚ ਬਚਿੱਤਰ ਸਿੰਘ ਨਾਂ ਦਾ ਇੱਕ ਬੜਾ ਸਿੱਖ ਖੜਾ ਸੀ। ਉਹ ਕੱਦ ਦਾ ਮਧਰਾ, ਅਕਹਿਰੇ ਸਰੀਰ ਦਾ ਤੇ ਵੇਖਣ ਨੂੰ ਮਾੜਕੂ ਜਿਹਾ ਲੱਗਦਾ ਸੀ। ਉਸ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ, ਦੇਖਿਓ ਤਾਂ ਸਹੀ ਸਾਡਾ ਸੂਰਮਾ ਬਚਿੱਤਰ ਸਿੰਘ ਹਾਥੀ ਦਾ ਮੂੰਹ ਕਿਵੇਂ ਭੁਆ ਕੇ ਰੱਖ ਦਿੰਦਾ ਏ। ਕਿਉਂ ਭਾਈ ਬਚਿੱਤਰ ਸਿੰਘ, ਠੀਕ ਹੈ ਨਾ? ਇਹ ਸੁਣਦਿਆਂ ਹੀ ਬਚਿੱਤਰ ਸਿੰਘ ਦਾ ਚਿਹਰਾ ਖਿੜ ਗਿਆ, ਕਿਉਂਕਿ ਸੈਂਕੜੇ ਇਕੱਠੇ ਹੋਏ ਸਿੰਘਾਂ ਵਿੱਚੋਂ ਗੁਰੂ ਜੀ ਦੀ ਮਿਹਰ ਦੀ ਨਜ਼ਰ ਕੇਵਲ ਉਸੇ ਤੇ ਹੀ ਪਈ ਸੀ। ਉਹ ਹੱਥ ਜੋੜ ਕੇ ਗੁਰੂ ਜੀ ਸਾਹਮਣੇ ਬੇਨਤੀ ਕਰਨ ਲੱਗਾ, ਆਪਨੇ ਮੇਰੇ ਤੇ ਅਪਾਰ ਮਿਹਰ ਕੀਤੀ ਹੈ ਕਿ ਮੈਨੂੰ ਨਿਮਾਣੇ ਨਾ ਚੀਜ਼ ਨੂੰ ਇੰਨਾ ਮਾਣ ਬਖਸ਼ ਰਹੇ ਹੋ। ਸ਼ਕਤੀ ਤਾਂ ਸਭ ਤੁਹਾਡੀ ਹੋਣੀ ਹੈ, ਕੇਵਲ ਨਾ ਹੀ ਮੇਰਾ ਹੋਣਾ ਹੈ। ਜੇ ਆਪ ਹਿੰਮਤ ਤੇ ਸ਼ਕਤੀ ਦੀ ਬਖਸ਼ਿਸ਼ ਕਰੋਗੇ ਤਾਂ ਇੱਕ ਹਾਥੀ ਕੀ ਬਚਿੱਤਰ ਸਿੰਘ 100 ਹਾਥੀਆਂ ਤੇ ਵੀ ਭਾਰੂ ਹੋ ਸਕਦਾ ਹੈ। ਬਚਿੱਤਰ ਸਿੰਘ ਦੇ ਜਵਾਨ ਮਰਦਾਂ ਵਾਲੇ ਇਹ ਸ਼ਬਦ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਅਕਾਲ ਪੁਰਖ ਤੇਰੀ ਸਹਾਇਤਾ ਕਰੇਗਾ ਤੇ ਜਿੱਤ ਦਾ ਸਿਹਰਾ ਤੇਰੇ ਸਿਰ ਪਏਗਾ। ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਬਚਿੱਤਰ ਸਿੰਘ ਨਿਹਾਲ ਹੋ ਗਿਆ। ਅਜੇ ਦਿਨ ਚੜ੍ਹਨ ਵਿੱਚ ਕੁਝ ਸਮਾਂ ਬਾਕੀ ਸੀ, ਇਸ ਲਈ ਬਚਿੱਤਰ ਸਿੰਘ ਨੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਤੇ ਤਿਆਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਜੀ ਨੇ ਉਸ ਨੂੰ ਇੱਕ ਨਾਗਨੀ ਵਰਸ਼ਾ ਬਖਸ਼ਿਆ। ਇਸ ਵਰਸ਼ੇ ਦੇ ਲੰਬੇ ਸਾਰੇ ਫਲ ਵਿੱਚ ਸੱਪ ਦੀ ਨਿਆਈ ਵੱਲ ਹੁੰਦੇ ਹਨ ਤੇ ਇਸ ਦਾ ਖਾਸ ਗੁਣ ਇਹ ਹੁੰਦਾ ਹੈ ਕਿ ਸਰੀਰ ਦੇ ਅੰਦਰ ਜਾ ਕੇ ਘਾਉ ਨੂੰ ਡੂੰਘਾ ਤੇ ਚੌੜਾ ਕਰ ਦਿੰਦਾ ਹੈ। ਫਿਰ ਗੁਰੂ ਜੀ ਨੇ ਉਹਨੂੰ ਥਾਪੀ ਦੇ ਕੇ ਘੋੜੇ ਤੇ ਚੜਾਇਆ। ਇਸ ਪਿੱਛੋਂ ਸਤਿ ਸ੍ਰੀ ਅਕਾਲ ਦੇ ਨਾਰੇ ਦੀ ਗੂੰਜ ਵਿੱਚ ਬਚਿੱਤਰ ਸਿੰਘ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਤੇ ਖੂਨੀ ਹਾਥੀ ਦੇ ਹੱਲੇ ਦੀ ਉਡੀਕ ਕਰਨ ਲੱਗਾ। ਜਦ ਵੈਰੀਆਂ ਨੇ ਵੇਖਿਆ ਕਿ ਉਹਨਾਂ ਦੇ ਜੰਗੀ ਹਾਥੀ ਦਾ ਮੁਕਾਬਲਾ ਕਰਨ ਲਈ ਕੇਵਲ ਇੱਕੋ ਹੀ ਸਿੰਘ ਕਿਲੇ ਤੋਂ ਬਾਹਰ ਨਿਕਲਿਆ ਹੈ ਤੇ ਉਹ ਵੀ ਮਾੜਕੂ ਜਿਹਾ ਹੀ ਹੈ, ਤਾਂ ਬੜਾ ਠੱਠਾ ਮਖੌਲ ਉਡਾਣ ਲੱਗੇ। ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਕਿਲੇ ਨੂੰ ਸਰ ਕਰਨਾ ਕੁਝ ਘੜੀਆਂ ਦੀ ਹੀ ਗੱਲ ਹੈ। ਉਹਨਾਂ ਹਾਥੀ ਨੂੰ ਸ਼ਰਾਬ ਪਿਆ ਕੇ ਖੂਬ ਮਸਤ ਕੀਤਾ ਹੋਇਆ ਸੀ ਤੇ ਉਹਦੇ ਮੱਥੇ ਤੇ ਇੱਕ ਜ਼ਬਰਦਸਤ ਢਾਲ ਰੂਪੀ ਲੋਹੇ ਦਾ ਤਵਾ ਬੰਨਿਆ ਹੋਇਆ ਸੀ। ਵੈਰੀ ਹਾਥੀ ਨੂੰ ਹੱਲਾ ਸ਼ੇਰੀ ਦਿੰਦਾ ਹੋਇਆ ਤੇ ਆਕਾਸ਼ ਗੁੰਜਾਊ ਨਾਰੇ ਮਾਰਦਾ ਹੋਇਆ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਤੇ ਹਾਥੀ ਝੂਮਦਾ ਚਾਮਦਾ ਉਹਦੇ ਅੱਗੇ ਅੱਗੇ ਆ ਰਿਹਾ ਸੀ। ਇਸ ਦਿਲ ਕਾਨ ਨੂੰ ਕੰਬਾਉਣ ਵਾਲੇ ਦ੍ਰਿਸ਼ ਨੂੰ ਵੇਖ ਕੇ ਬਹਾਦਰ ਤੋਂ ਬਹਾਦਰ ਆਦਮੀ ਦਾ ਦਿਲ ਵੀ ਦਹਿਲ ਜਾਂਦਾ ਸੀ। ਪਰ ਬਚਿੱਤਰ ਸਿੰਘ ਸਤਿਗੁਰੂ ਦੀ ਬਖਸ਼ੀ ਹੋਈ ਸ਼ਕਤੀ ਨਾਲ ਥੰਮ ਵਾਂਗ ਡਟ ਕੇ ਖੜਾ ਸੀ। ਜਦ ਹਾਥੀ ਕਿਲੇ ਦੇ ਨੇੜੇ ਪਹੁੰਚਿਆ ਤਾਂ ਬਚਿੱਤਰ ਸਿੰਘ ਨੇ ਗੁਰੂ ਜੀ ਦਾ ਧਿਆਨ ਧਰ ਕੇ ਘੋੜੇ ਨੂੰ ਅੱਡੀ ਲਾਈ। ਘੋੜਾ ਫੁੰਕਾਰੇ ਮਾਰਦਾ ਹੋਇਆ ਸਰਪਟ ਦੌੜ ਪਿਆ। ਹਾਥੀ ਦੇ ਨੇੜੇ ਪਹੁੰਚ ਕੇ ਪਿਛਲੀਆਂ ਲੱਤਾਂ ਦੇ ਪਾਰ ਖੜੋ ਕੇ ਉੱਪਰ ਵੱਲ ਨੂੰ ਉਛਲਿਆ। ਬਚਿੱਤਰ ਸਿੰਘ ਐਸੇ ਮੌਕੇ ਦੀ ਤਾੜ ਵਿੱਚ ਸੀ। ਜਿਉਂ ਹੀ ਘੋੜਾ ਉਛਲਿਆ, ਬਚਿੱਤਰ ਸਿੰਘ ਨੇ ਨੇਜ਼ਾ ਤਾਣ ਕੇ ਇਤਨੀ ਜ਼ੋਰ ਦੀ ਹਾਥੀ ਦੇ ਸਿਰ ਵਿੱਚ ਖੋਭਿਆ ਕਿ ਉਹ ਲੋਹੇ ਦੇ ਤਵੇ ਨੂੰ ਚੀਰਦਾ ਹੋਇਆ ਉਹਦੀ ਖੋਪਰੀ ਵਿੱਚ ਜਾ ਧੱਸਿਆ। ਅੱਤ ਦੀ ਪੀੜ ਨਾਲ ਹਾਥੀ ਬੁੰਦਲਾ ਗਿਆ ਤੇ ਭੀੜ ਨਾਲ ਪਾਗਲ ਅਤੇ ਬੇਬਸ ਹੋਇਆ ਪਿਛਾਂਹ ਵੱਲ ਨੱਸ ਉੱਠਿਆ। ਕੀ ਦੋਸਤ ਕੀ ਦੁਸ਼ਮਣ ਬਚਿੱਤਰ ਸਿੰਘ ਦੀ ਬਹਾਦਰੀ ਦੇ ਜੌਹਰ ਵੇਖ ਕੇ ਅਸ਼-ਅਸ਼ ਕਰ ਉੱਠਿਆ। ਜਿੱਤ ਦੇ ਸੁਪਨੇ ਲੈ ਰਹੇ ਵੈਰੀ ਨੂੰ ਸਖਤ ਨਿਰਾਸਤਾ ਦਾ ਮੂੰਹ ਵੇਖਣਾ ਪਿਆ ਤੇ ਉਸ ਵਿੱਚ ਹਫੜਾ ਦਫੜੀ ਮਚ ਗਈ। ਪਿਛਾਂਹ ਵੱਲ ਬੇਤਹਾਸ਼ਾ ਨੱਚਦੇ ਹਾਥੀ ਦੇ ਪੈਰਾਂ ਥੱਲੇ ਆ ਕੇ ਵੈਰੀ ਦੇ ਅਣਗਿਣਤ ਸੈਨਿਕ ਮਾਰੇ ਗਏ। ਖੂਨੀ ਹਾਥੀ ਨੂੰ ਪਸਪਾ ਕਰਕੇ ਨਿਤੜਕ ਯੋਧਾ ਬਚਿੱਤਰ ਸਿੰਘ ਕਿਲੇ ਅੰਦਰ ਆਇਆ ਤੇ ਗੁਰੂ ਜੀ ਨੇ ਉਹਨੂੰ ਗੱਲ ਨਾਲ ਲਾਇਆ। ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਆਤਮਿਕ ਸ਼ਕਤੀ ਸਾਹਮਣੇ ਸਰੀਰਕ ਸ਼ਕਤੀ ਬਿਲਕੁਲ ਤੁੱਛ ਹੈ। ਹਿੰਮਤ, ਦਲੇਰੀ ਅਤੇ ਜਿੱਤ ਵਿੱਚ ਨਿਸ਼ਚੈ ਹੀ ਅਸਲੀ ਸ਼ਕਤੀਆਂ ਹਨ ਜੋ ਹਰ ਔਕੜ, ਹਰ ਮੁਸੀਬਤ ਤੇ ਕਾਬੂ ਪਾ ਸਕਦੀਆਂ ਹਨ। ਬੰਦਾ ਬਹਾਦਰ ਜੰਮੂ ਦੇ ਪੁਰਾਤਨ ਸ਼ਹਿਰ ਰਾਜੌੜੀ ਦੇ ਇੱਕ ਰਾਜਪੂਤ ਘਰਾਣੇ ਵਿੱਚ ਪੈਦਾ ਹੋਏ। ਇਹਨਾਂ ਦਾ ਨਾਂ ਲਛਮਣ ਦਾਸ ਰੱਖਿਆ ਗਿਆ। ਇਹਨਾਂ ਦੇ ਮਾਤਾ ਪਿਤਾ ਚੰਗੇ ਖਾਂਦੇ ਪੀਂਦੇ ਰਸੂਖ ਵਾਲੇ ਵਿਅਕਤੀ ਸਨ। ਰਾਜਪੂਤ ਰੀਤ ਅਨੁਸਾਰ ਇਹਨਾਂ ਨੂੰ ਸ਼ਸਤਰ ਵਿੱਦਿਆ ਦਿੱਤੀ ਗਈ। ਛੋਟੀ ਉਮਰ ਵਿੱਚ ਹੀ ਆਪ ਤੀਰ ਅੰਦਾਜ਼ੀ ਅਤੇ ਘੋੜਸਵਾਰੀ ਵਿੱਚ ਨਿਪੁੰਨ ਹੋ ਗਏ। ਇਹਨਾਂ ਨੂੰ ਸ਼ਿਕਾਰ ਦਾ ਬੜਾ ਸ਼ੌਂਕ ਸੀ। ਇਹ ਸਾਰਾ ਦਿਨ ਰਾਜੌੜੀ ਦੇ ਆਸ-ਪਾਸ ਦੇ ਜੰਗਲਾਂ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਦੇ ਰਹਿੰਦੇ ਸਨ। ਇੱਕ ਦਿਨ ਇਹਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਜਦ ਉਸ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ 2 ਬੱਚੇ ਨਿਕਲੇ ਜੋ ਇਹਨਾਂ ਦੇ ਸਾਹਮਣੇ ਹੀ ਸਹਿਕ ਕੇ ਮਰ ਗਏ। ਇਹ ਸਭ ਕੁਝ ਵੇਖ ਕੇ ਇਹਨਾਂ ਦੇ ਦਿਲ ਤੇ ਬੜੀ ਸੱਟ ਵੱਜੀ ਤੇ ਉਹ ਘਰ-ਬਾਰ ਛੱਡ ਕੇ ਬੈਰਾਗੀ ਸਾਧੂ ਬਣ ਗਏ ਤੇ ਉਹਨਾਂ ਨੇ ਰਿਆਸਤ ਹੈਦਰਾਬਾਦ ਦੇ ਨਦੇੜ ਨਾਮੀ ਕਸਬੇ ਦੇ ਬਾਹਰ ਗੋਦਾਵਰੀ ਨਦੀ ਦੇ ਕੰਢੇ ਜਾ ਡੇਰਾ ਲਾਇਆ। ਇੱਥੇ ਉਹਨਾਂ ਨੇ ਆਪਣਾ ਨਾਮ ਮਾਧੋ ਦਾਸ ਬੈਰਾਗੀ ਰੱਖ ਲਿਆ।
ਉਹਨਾਂ ਨੇ ਬੜੀ ਤਪੱਸਿਆ ਕੀਤੀ, ਜਿਸ ਨਾਲ ਉਹਨਾਂ ਨੇ ਕੁਝ ਗੈਬੀ ਸ਼ਕਤੀ ਪ੍ਰਾਪਤ ਕਰ ਲਈ ਅਤੇ ਉਹਨਾਂ ਵਿੱਚ ਲੋਕਾਂ ਵਿੱਚ ਬੜੀ ਮਾਨਤਾ ਹੋਣ ਲੱਗ ਪਈ। ਇਸ ਨਾਲ ਉਹਨਾਂ ਨੂੰ ਹੰਕਾਰ ਹੋ ਗਿਆ ਅਤੇ ਆਪਣੀ ਸ਼ਕਤੀ ਦੀ ਗਲਤ ਵਰਤੋਂ ਕਰਨ ਲੱਗ ਪਏ। ਜਦੋਂ ਵੀ ਕੋਈ ਸੰਤ ਮਹਾਤਮਾ ਉਹਨਾਂ ਪਾਸ ਆਉਂਦਾ ਤਾਂ ਉਹ ਗੈਬੀ ਸ਼ਕਤੀ ਨਾਲ ਉਸ ਦਾ ਠੱਠਾ ਮਖੌਲ ਉਡਾ ਕੇ ਉਸ ਦੀ ਬੇਇੱਜ਼ਤੀ ਕਰਦੇ। ਚਮਕੌਰ ਦੇ ਯੁੱਧ ਦੇ ਕੁਝ ਸਮੇਂ ਪਿੱਛੋਂ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਗਈ। ਉਸ ਦੀ ਥਾਂ ਤਖਤ 'ਤੇ ਬਹਾਦਰ ਸ਼ਾਹ ਬੈਠਾ, ਜੋ ਗੁਰੂ ਜੀ ਦਾ ਮਿੱਤਰ ਸੀ। ਉਹ ਦੱਖਣ ਦੀ ਮੁਹਿੰਮ 'ਤੇ ਜਾ ਰਿਹਾ ਸੀ। ਉਹਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਹਨੂੰ ਦੱਖਣ ਵਿੱਚ ਆ ਕੇ ਮਿਲਣ। ਗੁਰੂ ਜੀ ਦੱਖਣ ਵੱਲ ਸਫ਼ਰ ਕਰਦਿਆਂ ਨੰਦੇੜ ਪਹੁੰਚੇ ਅਤੇ ਉਹਨਾਂ ਨੇ ਗੋਦਾਵਰੀ ਨਦੀ ਦੇ ਕੰਢੇ 'ਤੇ ਬੰਦਾ ਬਹਾਦਰ ਦੇ ਡੇਰੇ ਵਿੱਚ ਜਾ ਉਤਾਰਾ ਕੀਤਾ। ਬੰਦਾ ਬਹਾਦਰ ਇਸ ਸਮੇਂ ਮਾਧੋ ਦਾਸ ਬੈਰਾਗੀ ਦੇ ਨਾਂ ਨਾਲ ਮਸ਼ਹੂਰ ਸੀ। ਉਸ ਵੇਲੇ ਉਹ ਆਪਣੇ ਡੇਰੇ ਤੋਂ ਕਿਤੇ ਬਾਹਰ ਗਿਆ ਹੋਇਆ ਸੀ। ਜਦੋਂ ਉਸਦੇ ਚੇਲਿਆਂ ਨੇ ਉਸ ਨੂੰ ਗੁਰੂ ਜੀ ਦੇ ਉੱਥੇ ਉਤਾਰਾ ਕਰਨ ਦੀ ਖਬਰ ਪਹੁੰਚਾਈ ਤਾਂ ਹੰਕਾਰ ਵਿੱਚ ਆਏ ਬੰਦੇ ਨੇ ਆਪਣੀ ਵੱਸ ਕੀਤੀ ਹੋਈ ਸ਼ਕਤੀ ਨਾਲ ਗੁਰੂ ਜੀ ਦਾ ਵੀ ਬਾਕੀਆਂ ਵਾਂਗ ਹੀ ਨਿਰਾਦਰੀ ਕਰਨੀ ਚਾਹੀ। ਪਰ ਗੁਰੂ ਜੀ ਜਾਣੀ ਜਾਣ ਸਨ। ਉਹ ਆਪ ਉਹਨੂੰ ਕੁਰਾਹੇ ਪਏ ਨੂੰ ਸਿੱਧੇ ਰਸਤੇ ਪਾਉਣਾ ਚਾਹੁੰਦੇ ਸਨ। ਉਹਨਾਂ 'ਤੇ ਬੰਦੇ ਦੀ ਸ਼ਕਤੀ ਦਾ ਕੋਈ ਅਸਰ ਨਾ ਹੋਇਆ। ਇਹ ਵੇਖ ਕੇ ਬੰਦਾ ਘਬਰਾਇਆ ਹੋਇਆ ਡੇਰੇ ਪਹੁੰਚਿਆ ਅਤੇ ਗੁਰੂ ਜੀ ਦਾ ਤੇਜਸਵੀ ਰੂਪ ਵੇਖ ਕੇ ਬੜਾ ਪ੍ਰਭਾਵਿਤ ਹੋਇਆ। ਉਹਨੇ ਪੁੱਛਿਆ, ਤੁਸੀਂ ਕੌਣ ਹੋ? ਗੁਰੂ ਜੀ ਨੇ ਉੱਤਰ ਦਿੱਤਾ, ਮੈਂ ਉਹ ਹਾਂ ਜਿਸ ਬਾਰੇ ਤੂੰ ਜਾਣਦਾ ਹੈ। ਮਾਧੋ ਦਾਸ ਘਬਰਾ ਕੇ ਕਹਿਣ ਲੱਗਾ, ਮੈਂ ਕਿਸ ਨੂੰ ਜਾਣਦਾ ਹਾਂ? ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ, ਆਪਣੇ ਮਨ ਤੋਂ ਪੁੱਛ। ਮਾਧੋ ਦਾਸ ਕੁਝ ਤਾਂ ਅਚੰਭਿਤ ਹੋ ਕੇ ਅਤੇ ਕੁਝ ਅੱਧ ਪੁਚੱਦੇ ਯਕੀਨ ਨਾਲ ਕਹਿਣ ਲੱਗਾ, ਮੇਰਾ ਖਿਆਲ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਹੋ, ਪਰ ਤੁਸੀਂ ਕਿਸ ਲਈ ਇੱਥੇ ਆਏ ਹੋ? ਉਹਨਾਂ ਉੱਤਰ ਦਿੱਤਾ, ਤੈਨੂੰ ਅਪਣਾਉਣ ਅਤੇ ਰਾਹੇ ਪਾਉਣ ਲਈ। ਹੁਣ ਮਾਧੋ ਦਾਸ ਗੁਰੂ ਜੀ ਦੇ ਪੂਰੀ ਤਰ੍ਹਾਂ ਮਤੀਹ ਹੋ ਚੁੱਕਾ ਸੀ। ਉਹ ਕਹਿਣ ਲੱਗਾ, ਮੈਂ ਪਹਿਲਾਂ ਹੀ ਤੁਹਾਡਾ ਬੰਦਾ ਬਣ ਚੁੱਕਾ ਹਾਂ। ਇਹ ਸੁਣ ਕੇ ਗੁਰੂ ਜੀ ਉਸ 'ਤੇ ਬੜੇ ਪ੍ਰਸੰਨ ਹੋਏ ਅਤੇ ਉਹਦਾ ਨਾਂ ਬੰਦਾ ਪੈ ਗਿਆ। ਗੁਰੂ ਜੀ ਨੇ ਉਹਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਇਆ ਅਤੇ ਪੰਜਾਬ ਜਾਣ ਦਾ ਹੁਕਮ ਦਿੱਤਾ। ਇਸ ਪਿੱਛੋਂ ਗੁਰੂ ਜੀ ਨੇ ਉਹਨੂੰ ਸਮਝਾਇਆ ਕਿ ਅਕਾਲ ਪੁਰਖ ਨੇ ਮਨੁੱਖ ਨੂੰ ਜੀਵਨ ਇੱਕੋ ਵਾਰ ਦਿੱਤਾ ਹੈ, ਇਸ ਲਈ ਇਸ ਜੀਵਨ ਨੂੰ ਵਿਅਰਥ ਗਵਾਉਣ ਦੀ ਥਾਂ ਸ਼ੁਭ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ। ਇਸ ਸਮੇਂ ਪੰਜਾਬ ਵਿੱਚ ਜ਼ੁਲਮ ਅਤੇ ਜ਼ਬਰ ਦੀ ਹੱਦ ਹੋ ਚੁੱਕੀ ਹੈ, ਉੱਥੇ ਉਹਦੀ ਬਹੁਤ ਲੋੜ ਹੈ। ਉਹਦੇ ਪੰਜਾਬ ਜਾਣ ਲੱਗਿਆਂ ਗੁਰੂ ਜੀ ਨੇ ਉਹਨੂੰ ਇਹ ਸਿੱਖਿਆ ਦਿੱਤੀ ਕਿ ਉਹ ਆਪਣਾ ਜੀਵਨ ਪਵਿੱਤਰ ਰੱਖੇ, ਵਿਆਹ ਨਾ ਕਰਵਾਏ, ਆਪ ਗੁਰੂ ਨਾ ਬਣੇ ਅਤੇ ਖਾਲਸਾ ਪੰਥ ਨੂੰ ਹੀ ਗੁਰੂ ਜਾਣੇ। ਨਾਲ ਹੀ ਗੁਰੂ ਜੀ ਨੇ ਕਿਹਾ, ਮੈਂ ਤੇਰੇ ਨਾਲ 5 ਸਿੱਖ ਭੇਜਦਾ ਹਾਂ, ਇਹਨਾਂ ਦੀ ਸਿੱਖਿਆ 'ਤੇ ਚੱਲੀ। ਜੇ ਤੂੰ ਇਹਨਾਂ ਗੱਲਾਂ ਦਾ ਧਿਆਨ ਰੱਖੇਗਾ ਤਾਂ ਤੇਰੀ ਹਰ ਥਾਂ ਜਿੱਤ ਹੋਏਗੀ। ਇਹ ਲੈ 5 ਤੀਰ, ਜਦੋਂ ਤੈਨੂੰ ਭੀੜ ਬਣੇ ਇਹਨਾਂ ਵਿੱਚੋਂ ਇੱਕ ਨੂੰ ਚਲਾਈ, ਵੈਰੀ ਨੂੰ ਹਾਰ ਹੋਏਗੀ। ਗੁਰੂ ਜੀ ਤੋਂ ਵਿਦਾ ਲੈ ਕੇ ਬੰਦਾ ਛੇਤੀ ਹੀ ਪੰਜਾਬ ਵੱਲ ਤੁਰ ਪਿਆ। ਜਮਨਾ ਪਾਰ ਕਰਕੇ ਤਰਾਵੜੀ ਦੇ ਅਸਥਾਨ 'ਤੇ ਉਹਨੇ ਗੁਰੂ ਜੀ ਦੇ ਨਾਂ 'ਤੇ ਸਿੱਖਾਂ ਨੂੰ ਖੱਤ ਲਿਖੇ ਕਿ ਉਹ ਉਹਨਾਂ ਨੂੰ ਝਟਪਟ ਆ ਮਿਲਣ, ਤਾਂ ਜੋ ਜ਼ਾਲਮਾਂ ਨੂੰ ਉਹਨਾਂ ਦੀਆਂ ਕੀਤੀਆਂ ਕਰਤੂਤਾਂ ਦਾ ਸਬਕ ਸਿਖਾਇਆ ਜਾਏ। ਸਿੱਖਾਂ ਨੇ ਖੁਸ਼ੀ ਦੀ ਖਬਰ ਸੁਣਦਿਆਂ ਹੀ ਵਹੀਰਾਂ ਕੱਤ ਲਈਆਂ ਅਤੇ ਸਭ ਔਕੜਾਂ ਦੇ ਬਾਵਜੂਦ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬੰਦੇ ਪਾਸ ਆ ਪਹੁੰਚੇ। ਫੌਜਾਂ ਦੇ ਪਹੁੰਚਦਿਆਂ ਹੀ ਬੰਦੇ ਨੇ ਇੱਕ ਸਿਆਣੇ ਅਤੇ ਤਜਰਬਾਕਾਰ ਜਰਨੈਲ ਵਾਂਗ ਉਹਨਾਂ ਦੀ ਜਥੇਬੰਦੀ ਕੀਤੀ ਅਤੇ ਦਿਨਾਂ ਵਿੱਚ ਹੀ ਮੁਸਲਮਾਨੀ ਜ਼ੁਲਮ ਦੇ ਸਮਾਨਾ ਮੁਸਤਫਾਬਾਦ, ਸਢੌਰਾ ਜਿਹੇ ਗੜ੍ਹਾਂ ਨੂੰ ਮਿੱਟੀ ਨਾਲ ਮਿਲਾ ਦਿੱਤਾ। ਉਹਦੀਆਂ ਜਿੱਤਾਂ ਦੀ ਖਬਰ ਸੁਣ ਕੇ ਹੋਰ ਵੀ ਕਈ ਲੋਕ ਉਸਦੇ ਝੰਡੇ ਹੇਠ ਇਕੱਠੇ ਹੋ ਗਏ। ਜਲਾਲਦੀਨ ਜਲਾਦ, ਜਿਸ ਦੀ ਤਲਵਾਰ ਨਾਲ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਸਨ, ਸਮਾਣਾ ਦਾ ਵਸਨੀਕ ਸੀ। ਇੱਥੇ ਬੰਦੇ ਨੇ 10,000 ਮੁਸਲਮਾਨ ਮੌਤ ਦੇ ਘਾਟ ਉਤਾਰੇ। ਪਰ ਅਸਲ ਵਿੱਚ ਪਾਪ ਦਾ ਵੱਡਾ ਗੜ੍ਹ ਸਰਹੰਦ ਸੀ, ਜਿੱਥੇ ਮਾਸੂਮ ਸਾਹਿਬਜ਼ਾਦਿਆਂ ਦਾ ਖੂਨ ਡੋਲਿਆ ਗਿਆ ਸੀ। ਇਸ ਲਈ ਸਰਹੰਦ ਉਹਦੇ ਮਨ ਵਿੱਚ ਸਭ ਤੋਂ ਵੱਧ ਰੜਕ ਰਿਹਾ ਸੀ। ਵਜ਼ੀਰ ਖਾਂ ਸੂਬਾ ਸਰਹੰਦ ਨੂੰ ਬੰਦੇ ਦੇ ਚੜ੍ਹ ਆਉਣ ਦੀ ਖਬਰ ਪਹੁੰਚ ਗਈ ਸੀ। ਉਹਨੂੰ ਆਪਣੀ ਸੈਨਾ 'ਤੇ ਬੜਾ ਮਾਣ ਸੀ। ਉਹ ਵੀ ਆਪਣੀ ਸੈਨਾ ਲੈ ਕੇ ਸਰਹੰਦ ਤੋਂ 12 ਮੀਲ ਦੂਰ ਚੱਪੜਚਿੜੀ ਦੇ ਮੈਦਾਨ ਵਿੱਚ ਅੱਪੜ ਗਿਆ। ਮੁਸਲਮਾਨੀ ਫੌਜ ਕੋਲ ਤੋਪਾਂ, ਬੰਦੂਕਾਂ, ਹਾਥੀ ਅਤੇ ਹੋਰ ਸਾਜ਼ ਸਮਾਨ ਬਥੇਰਾ ਸੀ, ਪਰ ਸਿੱਖਾਂ ਪਾਸ ਜੰਗਾਲੀਆਂ ਹੋਈਆਂ ਤਲਵਾਰਾਂ, ਟੁੱਟੀਆਂ ਭੱਜੀਆਂ ਕੁਹਾੜੀਆਂ ਅਤੇ ਵਿੰਗੇ ਟੇਢੇ ਫਲਾਂ ਵਾਲੇ ਭਾਲੇ ਹੀ ਸਨ। ਇਸ ਘਾਟੇ ਨੂੰ ਪੂਰਾ ਕਰਨ ਲਈ ਉਹਨਾਂ ਵਿੱਚ ਅਕਹਿ ਜੋਸ਼ ਠਾਠਾ ਮਾਰ ਰਿਹਾ ਸੀ। ਉਹ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਬੜੇ ਉਤਾਵਲੇ ਸਨ। ਜਦੋਂ ਵਜ਼ੀਦ ਖਾਨ ਦੀ ਫੌਜ ਨੇ ਗੋਲਾਬਾਰੀ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਲੋਕ, ਜਿਹੜੇ ਕੇਵਲ ਲੁੱਟਮਾਰ ਲਈ ਹੀ ਬੰਦੇ ਨਾਲ ਇਕੱਠੇ ਹੋਏ ਸਨ, ਤਿੱਤਰ ਬਿੱਤਰ ਹੋ ਗਏ। ਉੱਥੇ ਕੇਵਲ ਜਾਨ 'ਤੇ ਖੇਡ ਜਾਣ ਵਾਲੇ ਜ਼ਿੰਦਾ ਦਿਲ ਸ਼ਹੀਦ ਹੀ ਬਾਕੀ ਰਹਿ ਗਏ। ਬੰਦਾ ਆਪ ਤਲਵਾਰ ਧੂ ਕੇ ਅੱਗੇ ਆ ਗਿਆ। ਸਿੱਖਾਂ ਦੇ ਹੌਸਲੇ ਵੱਧ ਗਏ ਅਤੇ ਉਹ ਭੁੱਖੇ ਸ਼ੇਰਾਂ ਵਾਂਗ ਮੁਸਲਮਾਨ ਸੈਨਾ 'ਤੇ ਜਾ ਪਏ। 4 ਘੰਟੇ ਖੂਬ ਘਮਸਾਨ ਦੀ ਜੰਗ ਹੋਈ। ਮੁਗਲ ਸੈਨਾ ਵੀ ਖੂਬ ਜਾਨ ਤੋੜ ਕੇ ਲੜੀ। ਆਖਰ ਬੰਦੇ ਦਾ ਆਪਣਾ ਇੱਕ ਤੀਰ ਵਜ਼ੀਦ ਖਾਨ ਦੇ ਸਿਰ ਵਿੱਚ ਜਾ ਲੱਗਾ ਅਤੇ ਉਹ ਜ਼ਖਮੀ ਹੋ ਕੇ ਡਿੱਗ ਪਿਆ। ਉਹਨੂੰ ਡਿੱਗਦਿਆਂ ਦੇਖ ਕੇ ਮੁਗਲ ਸੈਨਾ ਦਾ ਦਮ ਟੁੱਟ ਗਿਆ ਅਤੇ ਉਹ ਤਿੱਤਰ ਬਿੱਤਰ ਹੋ ਗਈ। ਬਹੁਤ ਸਾਰੀਆਂ ਤੋਪਾਂ ਅਤੇ ਹੋਰ ਜੰਗੀ ਸਮਾਨ ਸਿੱਖਾਂ ਦੇ ਹੱਥ ਲੱਗਾ।
ਵਜ਼ੀਰ ਖਾਂ ਦੀ ਸਿਸਕਦੀ ਲੋਥ ਨੂੰ ਰੱਸਾ ਪਾ ਕੇ ਉਸਦਾ ਸ਼ਹਿਰ ਵਿੱਚ ਜਲੂਸ ਕੱਢਿਆ ਗਿਆ ਅਤੇ ਸ਼ਹਿਰ ਵਿੱਚ ਕਤਲੇਆਮ ਦਾ ਹੁਕਮ ਦੇ ਦਿੱਤਾ ਗਿਆ। ਇਸ ਲੜਾਈ ਵਿੱਚ ਹੋਈ ਜਿੱਤ ਨਾਲ ਬੰਦੇ ਦਾ ਨਾਂ ਮੁਸਲਮਾਨਾਂ ਲਈ ਹਊਆ ਬਣ ਗਿਆ। ਬਹੁਤ ਸਾਰੇ ਹਿੰਦੂ ਸਿੱਖ ਬਣ ਗਏ। ਮੁਗਲਾਂ ਨਾਲ ਬਦਲਾ ਲੈਣ ਪਿੱਛੋਂ ਬੰਦਾ ਪਹਾੜੀ ਰਾਜਿਆਂ ਵੱਲ ਵਧਿਆ, ਪਰ ਉਹਨਾਂ ਨੇ ਲੜਨ ਤੋਂ ਬਿਨਾਂ ਹੀ ਉਹਦੀ ਈਨ ਮੰਨ ਲਈ। ਚੰਬੇ ਦੇ ਰਾਜੇ ਨੇ ਤਾਂ ਉਹਨੂੰ ਆਪਣੀ ਲੜਕੀ ਦਾ ਰਿਸ਼ਤਾ ਵੀ ਦੇ ਦਿੱਤਾ। ਇਹ ਬੰਦੇ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਪਹਿਲੀ ਉਲੰਘਣਾ ਸੀ। ਫਿਰ ਉਹ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਿਆ ਅਤੇ ਸਿੱਖ ਨਿਯਮਾਂ ਨੂੰ ਬਦਲਣ ਲੱਗ ਪਿਆ। ਇਸ ਨਾਲ ਸਿੱਖਾਂ ਵਿੱਚ ਫੁੱਟ ਪੈ ਗਈ। ਬੰਦੇ ਦੇ ਪਿੱਛੇ ਲੱਗਣ ਵਾਲੇ ਆਪਣੇ ਆਪ ਨੂੰ ਬੰਦਈ ਅਤੇ ਦੂਜੇ ਤੱਤ ਖਾਲਸਾ ਅਖਵਾਉਣ ਲੱਗ ਪਏ। ਗੁਰੂ ਜੀ ਦੇ ਹੁਕਮ ਦੀ ਉਲੰਘਣਾ ਕਾਰਨ ਬੰਦੇ ਦੀ ਸ਼ਕਤੀ ਘੱਟ ਗਈ। ਹੁਣ ਬੰਦਾ ਪਹਾੜਾਂ ਵਿੱਚੋਂ ਕਦੀ ਕਦੀ ਨਿਕਲ ਕੇ ਕਲਾਨੌਰ ਅਤੇ ਬਟਾਲੇ ਵਰਗੇ ਸ਼ਹਿਰਾਂ 'ਤੇ ਹਮਲੇ ਕਰਨ ਲੱਗ ਪਿਆ। ਇਤਨੇ ਚਿਰ ਵਿੱਚ ਬਹਾਦਰ ਸ਼ਾਹ ਮਰ ਗਿਆ ਅਤੇ ਸ਼ਹਿਨਸ਼ਾਹ ਫਰਖਸਿਆਰ ਤਖਤ 'ਤੇ ਬੈਠਾ। ਉਹਨੇ ਪੰਜਾਬ ਦੀਆਂ ਸਾਰੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਬੰਦੇ ਦੀ ਤਾਕਤ ਨੂੰ ਖਤਮ ਕੀਤਾ ਜਾਏ। ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਬੰਦੇ ਦਾ ਪਿੱਛਾ ਕਰਦੀਆਂ ਹੋਈਆਂ ਗੁਰਦਾਸਪੁਰ ਪਹੁੰਚੀਆਂ, ਜਿੱਥੇ ਉਹ ਇੱਕ ਗੜੀ ਨੂੰ ਕਿਲ੍ਹਾਬੰਦ ਕਰਕੇ ਮੁਕਾਬਲੇ ਲਈ ਤਿਆਰ ਸੀ। 6 ਮਹੀਨੇ ਮੁਸਲਮਾਨਾਂ ਨੇ ਉਹਦੇ ਗਿਰਦ ਘੇਰਾ ਪਾ ਛੱਡਿਆ। ਸਿੱਖ ਰਸਤ ਤੋਂ ਬਿਨਾਂ ਭੁੱਖੇ ਮਰਨ ਲੱਗ ਪਏ, ਪਰ ਹਾਲੀ ਵੀ ਮੁਸਲਮਾਨਾਂ ਦੀ ਬੰਦੇ ਦੇ ਆਮੋ ਸਾਹਮਣੇ ਆ ਕੇ ਟਾਕਰਾ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ। ਆਖਰ ਉਹਨਾਂ ਨੇ ਇੱਕ ਚਾਲ ਚੱਲੀ। ਉਹਨਾਂ ਬੰਦੇ ਅਤੇ ਉਸਦੇ ਸਾਥੀਆਂ ਨੂੰ ਕਿਹਾ ਕਿ ਜੇ ਤੁਸੀਂ ਗੜੀ ਛੱਡ ਕੇ ਚਲੇ ਜਾਓ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਭੁੱਖ ਪਿਆਸ ਤੋਂ ਤੰਗ ਆ ਕੇ ਉਹਨਾਂ ਨੇ ਇਹ ਸ਼ਰਤ ਮੰਨ ਲਈ, ਪਰ ਬਾਹਰ ਨਿਕਲਦਿਆਂ ਹੀ ਉਹਨਾਂ ਨੂੰ ਫੜ ਲਿਆ ਗਿਆ। ਬੰਦੇ ਨੂੰ ਆਪਣੇ 800 ਸਿਪਾਹੀਆਂ ਸਮੇਤ ਦਿੱਲੀ ਵੱਲ ਭੇਜ ਦਿੱਤਾ ਗਿਆ। ਉੱਥੇ ਹਰ ਰੋਜ਼ 100 ਸਿੱਖ ਕੈਦੀਆਂ ਨੂੰ ਕਤਲ ਕੀਤਾ ਜਾਂਦਾ ਸੀ। ਆਖਰ ਬੰਦੇ ਦੀ ਵਾਰੀ ਵੀ ਆ ਗਈ। ਉਹਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਮੁਸਲਮਾਨ ਬਣਨਾ ਕਬੂਲ ਕਰ ਲੇ ਅਤੇ ਉਹਨਾਂ ਦੇ ਦਰਬਾਰ ਵਿੱਚ ਇੱਕ ਉੱਚਤ ਪਦਵੀ ਪ੍ਰਾਪਤ ਕਰ ਲੇ, ਜਾਂ ਫਿਰ ਮੌਤ ਕਬੂਲ ਕਰੇ। ਬੰਦੇ ਨੇ ਉਹਨਾਂ ਦੀ ਪੇਸ਼ਕਸ਼ ਘ੍ਰਿਣਾ ਭਰਪੂਰ ਲਹਿਜ਼ੇ ਨਾਲ ਠੁਕਰਾ ਦਿੱਤੀ ਅਤੇ ਮਰਨਾ ਕਬੂਲ ਕੀਤਾ। ਉਹਦੇ ਚਿਹਰੇ ਦਾ ਜਲਾਲ ਅਤੇ ਰੋਬ-ਦਾਬ ਵੇਖ ਕੇ ਇੱਕ ਉੱਚ ਅਧਿਕਾਰੀ ਮੁਗਲ ਅਫਸਰ ਨੇ ਪੁੱਛਿਆ ਕਿ ਇਹ ਹੈਰਾਨੀ ਦੀ ਗੱਲ ਨਹੀਂ ਕਿ ਤੇਰੇ ਜਿਹਾ ਯੋਧਾ ਜੋ ਇਤਨੇ ਉੱਚ ਆਚਰਣ ਅਤੇ ਜਾਹੋ ਜਲਾਲ ਦਾ ਮਾਲਕ ਹੋਵੇ ਇਸ ਤਰ੍ਹਾਂ ਜ਼ੁਲਮ ਕਰੇ। ਬੰਦੇ ਨੇ ਕਿਹਾ, ਇਸ ਦਾ ਜਵਾਬ ਵੀ ਸੁਣੋ। ਜਿਸ ਵੇਲੇ ਲੋਕ ਇਤਨੇ ਨਿਰਦਈ ਹੋ ਜਾਣ ਕਿ ਉਹ ਨਿਆਂ ਅਤੇ ਸੱਚ ਦਾ ਰਾਹ ਭੁੱਲ ਜਾਣ ਤਾਂ ਅਕਾਲ ਪੁਰਖ ਉਹਨਾਂ ਨੂੰ ਸਜ਼ਾ ਦੇਣ ਲਈ ਮੇਰੇ ਵਰਗਾ ਬੰਦਾ ਭੇਜ ਦਿੰਦਾ ਹੈ। ਜਦੋਂ ਜ਼ਾਲਮਾਂ ਨੂੰ ਉਚਿਤ ਸਜ਼ਾ ਮਿਲ ਚੁੱਕੇ ਤਾਂ ਉਹ ਇਹ ਦੱਸਣ ਲਈ ਮੁੜ ਤੁਹਾਡੇ ਜਿਹੇ ਮਨੁੱਖ ਭੇਜ ਦਿੰਦਾ ਹੈ ਕਿ ਹੁਣ ਜ਼ਾਲਮਾਂ ਨੂੰ ਉਹਨਾਂ ਦੇ ਕੀਤੇ ਦੀ ਕਾਫੀ ਸਜ਼ਾ ਮਿਲ ਚੁੱਕੀ ਹੈ। ਆਖਰ ਜਦ ਬੰਦੇ ਦੇ ਡਰਾਉਣ ਧਮਕਾਉਣ ਅਤੇ ਲਾਲਚ ਦਾ ਕੋਈ ਅਸਰ ਨਾ ਹੋਇਆ ਤਾਂ ਪਹਿਲਾਂ ਉਹਦੇ ਮਾਸੂਮ ਲੜਕੇ ਨੂੰ ਕਤਲ ਕਰਕੇ ਉਹਦਾ ਕਲੇਜਾ ਬੰਦੇ ਦੇ ਮੂੰਹ ਵਿੱਚ ਪਾਇਆ ਗਿਆ ਅਤੇ ਕਿਹਾ ਗਿਆ ਕਿ ਜੇ ਉਹ ਮੁਸਲਮਾਨ ਬਣਨਾ ਮੰਨ ਲਵੇ ਤਾਂ ਉਹਨੂੰ ਛੱਡ ਦਿੱਤਾ ਜਾਵੇਗਾ। ਬੰਦੇ ਨੇ ਇਸ ਪੇਸ਼ਕਸ਼ ਨੂੰ ਘ੍ਰਿਣਾ ਨਾਲ ਠੁਕਰਾ ਦਿੱਤਾ। ਇਸ ਪਿੱਛੋਂ ਭਖਦੀਆਂ ਲਾਲ ਸਿੱਖਾਂ ਨਾਲ ਉਹਦੀ ਚਮੜੀ ਉਧੇੜੀ ਗਈ, ਪਰ ਜਵਾਨ ਮਰਦ ਨੇ ਮਰਦੇ ਦਮ ਤੱਕ ਮੂੰਹੋਂ ਇੱਕ ਵਾਰ ਵੀ ਸੀ ਨਾ ਕੀਤੀ। ਬਾਬਾ ਦੀਪ ਸਿੰਘ। ਬਾਬਾ ਦੀਪ ਸਿੰਘ ਸਿੱਖ ਇਤਿਹਾਸ ਵਿੱਚ ਆਪਣੀ ਮਿਸਾਲ ਆਪ ਹੀ ਰੱਖਦੇ ਹਨ। ਆਪ ਨਾ ਕੇਵਲ ਇੱਕ ਮਹਾਨ ਯੋਧੇ ਸਨ, ਬਲਕਿ ਮੰਨੇ ਪ੍ਰਮੰਨੇ ਵਿਦਵਾਨ ਵੀ ਸਨ। ਇਹ ਬਹੁਤਾ ਸਮਾਂ ਭਜਨ ਬੰਦਗੀ ਵਿੱਚ ਬਿਤਾਉਂਦੇ ਸਨ। ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਸੀ ਅਤੇ ਗੁਰੂ ਜੀ ਦੇ ਹੁਕਮ ਨਾਲ ਹੀ ਸ੍ਰੀ ਦਮਦਮਾ ਸਾਹਿਬ ਬਠਿੰਡਾ ਵਿੱਚ ਰਹਿੰਦੇ ਸਨ। ਸ਼ਹੀਦੀ ਸਮੇਂ ਇਹਨਾਂ ਦੀ ਉਮਰ ਲਗਭਗ 80 ਸਾਲਾਂ ਦੀ ਸੀ। ਇਹਨਾਂ ਨੇ ਆਪਣੀ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 4 ਬੀੜਾਂ ਲਿਖੀਆਂ ਅਤੇ ਉਹਨਾਂ ਦਾ ਪ੍ਰਕਾਸ਼ ਕਰਨ ਲਈ ਸਿੱਖ ਧਰਮ ਦੇ 4 ਤਖਤਾਂ 'ਤੇ ਭੇਜੀਆਂ ਸਨ। ਬਿਰਧ ਅਵਸਥਾ ਵਿੱਚ ਵੀ ਇਹਨਾਂ ਵਿੱਚ ਬੀਰਤਾ ਅਤੇ ਅਕੈ ਜੋਸ਼ ਠਾਠਾਂ ਮਾਰਦੇ ਸਨ ਅਤੇ ਬਾਹਾਂ ਵਿੱਚ ਅਥਾਹ ਬਲ ਸੀ। ਇਹ ਕਿਸੇ ਕਿਸਮ ਦੇ ਜ਼ੁਲਮ ਜਾਂ ਜ਼ਬਰ ਨੂੰ ਸਹਾਰਨਾ ਵੱਡੀ ਬੁਜ਼ਦਿਲੀ ਸਮਝਦੇ ਸਨ। ਜਦੋਂ ਵੀ ਕੋਈ ਮਨੁੱਖ ਖਾਲਸੇ ਦੀ ਅਣਖ 'ਤੇ ਹਮਲਾ ਕਰਦਾ ਸੀ ਤਾਂ ਇਹ ਤਲਵਾਰ ਧੂ ਕੇ ਮੈਦਾਨ ਵਿੱਚ ਆ ਨਿੱਤਰਦੇ ਸਨ। ਇਹਨਾਂ ਦਿਨਾਂ ਵਿੱਚ ਲਾਹੌਰ ਦਾ ਮੁਸਲਮਾਨ ਸੂਬੇਦਾਰ ਮੀਰ ਮਨੂੰ ਸਿੱਖਾਂ ਉੱਤੇ ਸਖਤ ਜ਼ੁਲਮ ਢਾਹ ਰਿਹਾ ਸੀ ਅਤੇ ਉਹਨੇ ਇਹ ਹੁਕਮ ਦਿੱਤਾ ਹੋਇਆ ਸੀ ਕਿ ਜੋ ਵੀ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਏਗਾ ਉਹਨੂੰ ਇਨਾਮ ਦਿੱਤਾ ਜਾਏਗਾ। ਮੀਰ ਮਨੂੰ ਕੁਦਰਤ ਵੱਲੋਂ ਘੋੜੇ ਤੋਂ ਡਿੱਗ ਕੇ ਮਰ ਗਿਆ। ਉਹਦੀ ਥਾਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਜਹਾਨ ਖਾਨ ਨੂੰ ਸੂਬੇਦਾਰ ਬਣਾ ਦਿੱਤਾ ਗਿਆ। ਉਹਨੇ ਗੱਦੀ 'ਤੇ ਬੈਠਦਿਆਂ ਹੀ ਹੁਕਮ ਦਿੱਤਾ ਕਿ ਸਿੱਖਾਂ ਦਾ ਜਿਸ ਤਰ੍ਹਾਂ ਵੀ ਹੋ ਸਕੇ ਬਿਲਕੁਲ ਸਫਾਇਆ ਕਰ ਦਿੱਤਾ ਜਾਏ। ਜਹਾਨ ਖਾਨ ਨੂੰ ਕਿਸੇ ਨੇ ਦੱਸਿਆ ਕਿ ਸਿੱਖਾਂ ਨੂੰ ਖਤਮ ਕਰਨ ਦਾ ਕੇਵਲ ਇੱਕੋ ਹੀ ਰਾਹ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਾਹ ਦਿੱਤਾ ਜਾਏ ਅਤੇ ਸਰੋਵਰ ਨੂੰ ਮਲਬੇ ਨਾਲ ਪੂਰ ਦਿੱਤਾ ਜਾਏ। ਉਹਦਾ ਵਿਚਾਰ ਸੀ ਕਿ ਸਿੱਖ ਸਰੋਵਰ ਤੋਂ ਅੰਮ੍ਰਿਤ ਪੀ ਕੇ ਅਮਰ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਲੜਨ ਦੀ ਅਕਹਿ ਸ਼ਕਤੀ ਆ ਜਾਂਦੀ ਹੈ। ਇਹ ਸੁਣ ਕੇ ਜਹਾਨ ਖਾਂ 7000 ਫੌਜ ਲੈ ਕੇ ਅੰਮ੍ਰਿਤਸਰ ਆਇਆ ਅਤੇ ਉਹਨੇ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਕੇ ਸਰੋਵਰ ਨੂੰ ਪੂਰ ਦਿੱਤਾ। ਇਸ ਬੇਅਦਬੀ ਦੀ ਖਬਰ ਸਿੱਖਾਂ ਵਿੱਚ ਬਿਜਲੀ ਵਾਂਗ ਫੈਲ ਗਈ ਅਤੇ ਹਰ ਸਿੱਖ ਹਿਰਦੇ ਨੂੰ ਅਣਖ ਨੇ ਆ ਵੰਗਾਰਿਆ। ਜਦ ਇਹ ਖਬਰ ਬਠਿੰਡੇ ਵਿੱਚ ਬਾਬਾ ਦੀਪ ਸਿੰਘ ਨੂੰ ਪਹੁੰਚੀ ਤਾਂ ਉਹਨਾਂ ਦੇ ਲਹੂ ਨੇ ਉਬਾਲ ਖਾਧਾ। ਉਹਨਾਂ ਨੇ ਪ੍ਰਣ ਕੀਤਾ ਕਿ ਜਦ ਤੱਕ ਮੁਸਲਮਾਨਾਂ ਨੂੰ ਇਸ ਬੇਇੱਜ਼ਤੀ ਦਾ ਸਬਕ ਨਾ ਸਿਖਾ ਦਿੱਤਾ ਜਾਏ ਉਹ ਇੱਕ ਪਲ ਵੀ ਆਰਾਮ ਨਹੀਂ ਕਰਨਗੇ।
ਉਹਨਾਂ ਨੇ ਦੂਰ ਦੂਰ ਰਹਿੰਦੀਆਂ ਸਿੱਖ ਸੰਗਤਾਂ ਨੂੰ ਸੱਦਾ ਪੱਤਰ ਭੇਜੇ ਤੇ ਲਿਖਿਆ ਕਿ ਹਰ ਸਿੱਖ ਜਿਸ ਨੂੰ ਧਰਮ ਪਿਆਰਾ ਹੈ ਫੌਰਨ ਦਰਬਾਰ ਸਾਹਿਬ ਦੀ ਇੱਜ਼ਤ ਕਾਇਮ ਰੱਖਣ ਲਈ ਆਪਣਾ ਆਪ ਪੇਸ਼ ਕਰ ਦੇਵੇ। ਇਹ ਸੰਦੇਸ਼ ਪਹੁੰਚਦਿਆਂ ਹੀ ਸਿੱਖਾਂ ਨੇ ਬਠਿੰਡੇ ਵੱਲ ਵਹੀਰਾਂ ਕੱਤ ਦਿੱਤੀਆਂ। ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਮਾਲਵੇ ਦੇ ਲੱਖੀ ਜੰਗਲ ਵਿੱਚੋਂ ਜਿੱਥੇ ਕਿਤੇ ਵੀ ਸਿੱਖ ਰਹਿੰਦੇ ਸਨ, ਬਾਬਾ ਦੀਪ ਸਿੰਘ ਪਾਸ ਆ ਪਹੁੰਚੇ। ਇਸ ਤਰ੍ਹਾਂ ਬਾਬਾ ਜੀ ਕੋਲ ਲਗਭਗ 6000 ਸੈਨਾ ਇਕੱਠੀ ਹੋ ਗਈ। ਆਪ ਨੇ ਸੈਨਾ ਨੂੰ ਕਿਹਾ, ਅਣਖ ਦੀ ਜ਼ਿੰਦਗੀ ਹੀ ਅਸਲੀ ਜ਼ਿੰਦਗੀ ਹੈ। ਜਿਉਣਾ ਹੈ ਤਾਂ ਅਣਖ ਨਾਲ ਜਿਉਣਾ ਹੈ, ਤੇ ਜੇ ਮਰਨਾ ਹੈ ਤਾਂ ਵੀ ਅਣਖ ਨਾਲ ਹੀ ਮਰਨਾ ਹੈ। ਇਸ ਤੋਂ ਬਾਅਦ ਅਰਦਾਸ ਕਰਕੇ ਸਿੱਖ ਸੈਨਾ ਨੇ ਬਾਬਾ ਦੀਪ ਸਿੰਘ ਦੀ ਕਮਾਨ ਹੇਠ ਹਰੀਕੇ ਪੱਤਨ ਰਾਹੀਂ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਤਰਨਤਾਰਨ ਕੁਝ ਸਮਾਂ ਠਹਿਰ ਕੇ ਇਹ ਘੋੜਸਵਾਰ ਸੈਨਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਦਰਮਿਆਨ ਚੱਬੇ ਦੇ ਮੈਦਾਨ ਵਿੱਚ ਪਹੁੰਚ ਗਈ। ਉੱਧਰ ਇਸ ਚੜ੍ਹਾਈ ਦੀ ਖਬਰ ਜਹਾਨ ਖਾਨ ਨੂੰ ਵੀ ਪਹੁੰਚ ਗਈ। ਇਸ ਲਈ ਉਹ 20,000 ਸੈਨਾ ਨਾਲ ਲੈ ਕੇ ਸਿੱਖਾਂ ਦੇ ਮੁਕਾਬਲੇ ਲਈ ਆ ਗਿਆ। ਦੋਵੇਂ ਫੌਜਾਂ ਗੋਲਵਾੜ ਪਾਸ, ਜਿਹੜਾ ਅੰਮ੍ਰਿਤਸਰ ਤੋਂ ਕੋਈ 6 ਮੀਲ ਦੇ ਵਿੱਥ 'ਤੇ ਹੈ, ਆ ਮਿਲੀਆਂ ਤੇ ਇੱਕਦਮ ਕੱਟ ਵੱਢ ਸ਼ੁਰੂ ਹੋ ਗਈ। ਕਮਸਾਨ ਦੀ ਲੜਾਈ ਹੋਈ। ਜਹਾਨ ਖਾਨ ਆਪਣੇ ਹਾਥੀ 'ਤੇ ਸਵਾਰ ਹੋ ਕੇ ਲੜਾਈ ਵੇਖ ਰਿਹਾ ਸੀ। ਬਾਬਾ ਦੀਪ ਸਿੰਘ ਦਾ ਇੱਕ ਸਾਥੀ, ਜਿਸ ਦਾ ਨਾਂ ਦਿਆਲ ਸਿੰਘ ਸੀ, 500 ਸੈਨਿਕ ਨਾਲ ਲੈ ਕੇ ਉਸ 'ਤੇ ਟੁੱਟ ਕੇ ਪੈ ਗਿਆ। ਦਿਆਲ ਸਿੰਘ ਨੇ ਘੋੜੇ ਨੂੰ ਉਛਾਲਿਆ ਤੇ ਬਿਜਲੀ ਦੀ ਫੁਰਤੀ ਨਾਲ ਜਹਾਨ ਖਾਨ ਦਾ ਸਿਰ ਲਾ ਕੇ ਰੱਖ ਦਿੱਤਾ। ਇਹ ਵੇਖ ਕੇ ਸਿੱਖਾਂ ਦੇ ਹੌਸਲੇ ਵੱਧ ਗਏ ਤੇ ਭੁੱਖੇ ਸ਼ੇਰਾਂ ਵਾਂਗ ਉਹਨਾਂ ਨੇ ਇੱਕ ਹੋਰ ਹੱਲਾ ਬੋਲਿਆ। ਗਜ਼ਬ ਦੀ ਤਲਵਾਰ ਚੱਲੀ, ਇੱਥੋਂ ਤੱਕ ਕਿ ਮੁਸਲਮਾਨੀ ਫੌਜ ਦੇ, ਜਿਹੜੀ ਕਿ ਸਿੱਖ ਫੌਜ ਕੋਲੋਂ 3 ਗੁਣਾ ਵੱਧ ਸੀ, ਪੈਰ ਉਖੜ ਗਏ ਤੇ ਉਹ ਪਿਛਾਂਹ ਨੂੰ ਨੱਠ ਉੱਠੀ। ਇੱਕ ਮੁਸਲਮਾਨ ਇਤਿਹਾਸਕਾਰ ਮਸਕੀਨ, ਜਿਹੜਾ ਇਸ ਲੜਾਈ ਵਿੱਚ ਆਪ ਸ਼ਾਮਲ ਸੀ, ਲਿਖਦਾ ਹੈ, ਸਿੱਖਾਂ ਨੇ ਸਾਨੂੰ ਬੁਰੀ ਤਰ੍ਹਾਂ ਘੇਰ ਲਿਆ ਤੇ ਹਰ ਪਾਸਿਓਂ ਲੜਾਈ ਤੇਜ਼ ਹੋ ਗਈ। ਅਸੀਂ ਇਤਨੇ ਤੰਗ ਆ ਗਏ ਕਿ ਸਾਡੇ ਕਈ ਆਦਮੀ ਨੱਸਣ ਲੱਗ ਪਏ। ਵਜ਼ੀਰ ਖਾਨ ਨੇ ਬੜੀ ਫੁਰਤੀ ਅਤੇ ਦਲੇਰੀ ਨਾਲ ਆਪਣੀਆਂ ਨੱਠਦੀਆਂ ਫੌਜਾਂ ਨੂੰ ਰੋਕਣ ਦਾ ਯਤਨ ਕੀਤਾ, ਪਰ ਸਿੱਖਾਂ ਨੇ ਵੈਰੀ ਲਈ ਰੱਸਣ ਦਾ ਕੋਈ ਰਸਤਾ ਬਾਕੀ ਨਾ ਛੱਡਿਆ। ਉਹਨਾਂ ਨੂੰ ਵਾਪਸ ਮੈਦਾਨ ਵਿੱਚ ਆਉਣਾ ਪਿਆ। ਜਹਾਨ ਖਾਨ ਨੇ ਤਲਵਾਰ ਕੱਢ ਕੇ ਆਪਣੇ ਹੀ ਭਗੌੜੇ ਸਿਪਾਹੀਆਂ ਨੂੰ ਜ਼ਖਮੀ ਕਰਦਿਆਂ ਪੁੱਛਿਆ, ਤੁਸੀਂ ਦੌੜ ਕਿਉਂ ਰਹੇ ਹੋ? ਇਹ ਮੌਕਾ ਐਸਾ ਬਣਿਆ ਕਿ ਲਾਹੌਰੋਂ ਮੁਸਲਮਾਨਾਂ ਦੀ ਤਾਜ਼ਾ ਕੁਮਕ ਪਹੁੰਚ ਗਈ ਤੇ ਭੱਜ ਰਹੀ ਮੁਸਲਮਾਨੀ ਫੌਜ ਦੀ ਜਾਨ ਵਿੱਚ ਜਾਨ ਆਈ। ਵੈਰੀ ਦੇ ਇੱਕ ਜਰਨੈਲ ਨੇ ਫੌਜ ਨੂੰ ਫਿਰ ਹੌਸਲਾ ਦੇ ਕੇ ਇਕੱਠਿਆ ਕੀਤਾ। ਜਮਾਲ ਸ਼ਾਹ ਨੇ ਬਾਬਾ ਦੀਪ ਸਿੰਘ ਨੂੰ 2 ਹੱਥ ਕਰਨ ਲਈ ਵੰਗਾਰਿਆ। ਬਾਬਾ ਦੀਪ ਸਿੰਘ ਬੱਬਰ ਸ਼ੇਰ ਵਾਂਗ ਗੱਜਦੇ ਹੋਏ ਉਸ 'ਤੇ ਜਾ ਪਏ। ਦੋਹਾਂ ਸੂਰਬੀਰਾਂ ਨੇ ਤਲਵਾਰ ਦੇ ਖੂਬ ਜ਼ੋਰ ਦਿਖਾਏ। ਅਚਾਨਕ ਦੋਹਾਂ ਦੇ ਵਾਰ ਇੱਕੋ ਸਮੇਂ ਹੋਣ ਨਾਲ ਦੋਵੇਂ ਇੱਕੋ ਸਮੇਂ ਸਖਤ ਕਾਇਲ ਹੋ ਗਏ। ਬਾਬਾ ਦੀਪ ਸਿੰਘ ਨੂੰ ਸ਼ਹੀਦ ਹੁੰਦਿਆਂ ਤੇ ਮੂਰਛਾ ਖਾ ਕੇ ਡਿੱਗਦਿਆਂ ਵੇਖ ਕੇ ਉਹਨਾਂ ਦੇ ਇੱਕ ਸਾਥੀ ਨੇ ਆਵਾਜ਼ ਦਿੱਤੀ, ਤੁਹਾਡਾ ਪ੍ਰਣ ਹਾਲੀ ਪੂਰਾ ਨਹੀਂ ਹੋਇਆ। ਤੁਸੀਂ ਤਾਂ ਕਿਹਾ ਸੀ ਕਿ ਮੈਂ ਮੁਸਲਮਾਨਾਂ ਨੂੰ ਦਰਬਾਰ ਸਾਹਿਬ ਵਿੱਚੋਂ ਕੱਢ ਕੇ ਹੀ ਸਾਹ ਲਵਾਂਗਾ। ਜਦੋਂ ਬਾਬਾ ਦੀਪ ਸਿੰਘ ਨੇ ਇਹ ਸ਼ਬਦ ਸੁਣੇ ਤਾਂ ਉਹਨਾਂ ਨੇ ਇੱਕ ਹੱਥ ਨਾਲ ਆਪਣੇ ਸੀਸ ਨੂੰ ਸਹਾਰਾ ਦਿੰਦਿਆਂ ਹੋਇਆਂ ਦੂਜੇ ਹੱਥ ਨਾਲ ਤਲਵਾਰ ਮੁੜ ਵਹਾਉਣੀ ਸ਼ੁਰੂ ਕਰ ਦਿੱਤੀ। ਜਿੱਥੇ ਅੱਜ ਕੱਲ੍ਹ ਗੁਰੂ ਕਾ ਬਾਗ ਹੈ, ਉੱਥੇ ਖੂਬ ਜੰਮ ਕੇ ਲੜਾਈ ਹੋਈ। ਧਰਮ ਸਿੰਘ, ਖੇਮ ਸਿੰਘ, ਮਾਨ ਸਿੰਘ ਅਤੇ ਰਾਮ ਸਿੰਘ ਨੇ ਵੈਰੀਆਂ ਦੇ ਆਹੂ ਲਾ ਦਿੱਤੇ। ਹੀਰਾ ਸਿੰਘ ਨੇ ਜਰਨੈਲ ਸਾਬਰ ਅਲੀ ਨੂੰ ਤੇ ਬਲਵੰਤ ਸਿੰਘ ਨੇ ਜ਼ਬਰਦਸਤ ਖਾਨ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ। ਜ਼ਬਰਦਸਤ ਖਾਨ ਦੀ ਮੌਤ ਨਾਲ ਹੀ ਮੁਸਲਮਾਨ ਸੈਨਾ ਦੇ ਹੌਸਲੇ ਟੁੱਟ ਗਏ ਤੇ ਉਹਨੇ ਨੱਸਦੇ ਹੋਏ ਅਟਾਰੀ ਜਾ ਕੇ ਸਾਹ ਲਿਆ। ਉੱਧਰ ਚਾਟੀਵਿੰਡ ਦੇ ਲਾਗੇ ਪਹੁੰਚ ਕੇ ਬਾਬਾ ਦੀਪ ਸਿੰਘ ਸਖਤ ਜ਼ਖਮੀ ਹੋਣ ਦੇ ਕਾਰਨ ਰੁਕ ਗਏ ਤੇ ਰਾਮਸਰ ਸਰੋਵਰ ਦੇ ਲਾਗੇ ਸਵਾਸ ਤਿਆਗ ਦਿੱਤੇ। ਉਹਨਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਪਣਾ ਪ੍ਰਣ ਪੂਰਾ ਕਰ ਵਿਖਾਇਆ। ਬਾਬਾ ਬੋਤਾ ਸਿੰਘ। ਦਿੱਲੀ ਦੀ ਮੁਗਲ ਸਰਕਾਰ ਨੂੰ ਪਤਾ ਸੀ ਕਿ ਉੱਤਰੀ ਭਾਰਤ ਵਿੱਚ ਸਿੱਖ ਹੀ ਹਨ ਜੋ ਮੁਗਲ ਸਾਮਰਾਜ ਲਈ ਵੱਡਾ ਖਤਰਾ ਹਨ। ਸੋ ਸਿੱਖਾਂ ਨੂੰ ਦਬਾਉਣ ਲਈ ਆਏ ਦਿਨ ਪੰਜਾਬ ਵਿੱਚ ਆਪਣੇ ਅਫਸਰਾਂ ਨੂੰ ਸਖਤ ਤੋਂ ਸਖਤ ਹਦਾਇਤਾਂ ਜਾਰੀ ਕਰਦੀ ਰਹਿੰਦੀ ਸੀ। ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ, ਜੋ ਇਤਿਹਾਸ ਵਿੱਚ ਮੀਰ ਮੰਨੂ ਦੇ ਨਾਂ ਨਾਲ ਮਸ਼ਹੂਰ ਹੈ, ਬੜਾ ਜ਼ਾਲਮ ਤੇ ਨਿਰਦਈ ਸੀ। ਉਹ ਸਿੱਖਾਂ ਦਾ ਜਾਨੀ ਦੁਸ਼ਮਣ ਸੀ। ਉਹਨੂੰ ਦਿੱਲੀ ਵੱਲੋਂ ਸਖਤ ਹਦਾਇਤ ਸੀ ਕਿ ਸਿੱਖਾਂ ਦਾ ਹਰ ਮੁਮਕਿਨ ਤਰੀਕੇ ਨਾਲ ਸਫਾਇਆ ਕੀਤਾ ਜਾਏ ਤੇ ਲੱਭ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਏ। ਇਸ ਲਈ ਉਹਨੇ ਚਾਰੋਂ ਪਾਸੇ ਗਸ਼ਤੀ ਦਸਤੇ ਚਾੜ ਦਿੱਤੇ ਸਨ, ਜੋ ਸ਼ਿਕਾਰੀਆਂ ਵਾਂਗ ਪਿੰਡਾਂ, ਕਸਬਿਆਂ, ਜੰਗਲਾਂ, ਜੂਹਾਂ ਆਦਿ ਵਿੱਚ ਸਿੰਘਾਂ ਦੀ ਭਾਲ ਵਿੱਚ ਫਿਰਦੇ ਰਹਿੰਦੇ ਸਨ। ਇਸ ਤੋਂ ਇਲਾਵਾ ਮੀਰ ਮੰਨੂ ਨੇ ਸਿੱਖਾਂ ਦੇ ਸਿਰਾਂ ਦੀ ਕੀਮਤ ਰੱਖ ਦਿੱਤੀ ਸੀ। ਇਸ ਹੁਕਮ ਦੇ ਅਧੀਨ ਨਿਤ ਦਿਨ ਸੈਂਕੜੇ ਸਿੱਖ ਕਤਲ ਕਰ ਦਿੱਤੇ ਜਾਂਦੇ ਸਨ। ਇਸ ਕਤਲੇਆਮ ਤੇ ਫੜੋ ਫੜੀ ਕਾਰਨ ਅਮਨ ਪਸੰਦ ਸਿੱਖਾਂ ਵਿੱਚ ਸਖਤ ਦਹਿਸ਼ਤ ਫੈਲ ਗਈ ਤੇ ਉਹ ਆਪਣਾ ਰੋਜ਼ਾਨਾ ਜੀਵਨ ਦਾ ਕੰਮਕਾਰ ਛੱਡ ਕੇ ਜੰਗਲ ਬੀਆਬਾਨਾਂ ਵਿੱਚ ਲੁਕ ਕੇ ਦਿਨ ਕੱਟੀ ਕਰ ਰਹੇ ਸਨ। ਇਸ ਜ਼ੁਲਮ ਤੇ ਤਸ਼ੱਦਦ ਦੇ ਬਾਵਜੂਦ ਉਹ ਚਿਰਾਂ ਤੋਂ ਚੱਲੀ ਆ ਰਹੀ ਲੀਹ ਅਨੁਸਾਰ ਧਾਰਮਿਕ ਤਿਉਹਾਰਾਂ ਤੇ ਚੋਰੀ ਛੁਪੀ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਜ਼ਰੂਰ ਪਹੁੰਚ ਜਾਂਦੇ ਸਨ ਤੇ ਗੁਰੂ ਘਰ ਤੋਂ ਆਤਮ ਵਿਸ਼ਵਾਸ ਤੇ ਆਤਮਿਕ ਸ਼ਕਤੀ ਪ੍ਰਾਪਤ ਕਰਕੇ ਮੁੜ ਆਉਂਦੇ। ਉਨੀ ਦਿਨੀ ਸ੍ਰੀ ਅੰਮ੍ਰਿਤਸਰ ਨੂੰ ਆ ਰਹੀ ਪੱਟੀ ਤਰਨਤਾਰਨ ਸੜਕ ਦੇ ਦੋਹੀਂ ਪਾਸੇ ਮੀਲਾਂ ਮੀਲ ਫੈਲੇ ਸੰਘਣੇ ਜੰਗਲ ਸਨ। ਦਿਨ ਵੇਲੇ ਰਾਹਜ਼ਾਨ ਅਤੇ ਧਾੜਵੀ ਉਹਨਾਂ ਵਿੱਚ ਲੁਕੇ ਰਹਿੰਦੇ ਸਨ ਤੇ ਇੱਕੇ ਦੁੱਕੇ ਮੁਸਾਫਰਾਂ ਨੂੰ ਉੱਥੋਂ ਲੰਘਦਿਆਂ ਵੇਖ ਕੇ ਉਹਨਾਂ ਨੂੰ ਲੁੱਟ-ਪੁੱਟ ਲੈਂਦੇ ਸਨ। ਇਸੇ ਕਰਕੇ ਆਮ ਤੌਰ 'ਤੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਸਾਥ ਨਾਲ ਲੈ ਕੇ ਤੁਰਦੇ ਸਨ। ਗੁਰੂ ਘਰ ਦੇ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਸਿੱਖ ਯਾਤਰੂ ਵੀ ਫੜੇ ਜਾਣ ਦੇ ਡਰ ਕਾਰਨ ਰਾਤੋਂ ਰਾਤ ਸਫ਼ਰ ਕਰਦੇ ਤੇ ਦਿਨ ਭਰ ਇਹਨਾਂ ਜੰਗਲਾਂ ਵਿੱਚ ਲੁਕੇ ਰਹਿੰਦੇ। ਇਸ ਤਰ੍ਹਾਂ ਥੋੜ੍ਹਾ ਪੈਂਡਾ ਕਰਕੇ ਲੰਮੀ ਮੰਜ਼ਿਲ ਕੱਟਦੇ ਹੋਏ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਪਿੱਛੋਂ ਉਸੇ ਤਰ੍ਹਾਂ ਵਾਪਸ ਆਪਣੇ ਟਿਕਾਣਿਆਂ ਨੂੰ ਮੁੜ ਜਾਂਦੇ। ਸਿਆਲਾਂ ਦੀ ਰੁੱਤ ਸੀ। ਦੁਪਹਿਰ ਦੀ ਨਿੱਘੀ ਧੁੱਪ ਵਿੱਚ ਇੱਕ ਦਿਨ ਦੋ ਮੁਸਾਫਰ ਇਸ ਸੜਕ ਤੋਂ ਲੰਘ ਰਹੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਜਾ ਰਹੇ ਸਨ। ਅਚਾਨਕ ਸੜਕ ਦੇ ਇੱਕ ਪਾਸਿਓਂ ਜੰਗਲ ਵਿੱਚ ਕੁਝ ਕੁਸਰ ਮੁਸਰ ਦੀ ਆਵਾਜ਼ ਉਹਨਾਂ ਦੇ ਕੰਨੀ ਪਈ। ਦੋਵੇਂ ਜਣੇ ਤਰਬਕ ਪਏ ਤੇ ਉਹਨਾਂ ਵਿੱਚੋਂ ਇੱਕ ਜਣਾ ਦੂਜੇ ਨੂੰ ਕਹਿਣ ਲੱਗਾ, ਸੁਣੀਓ ਕੋਈ ਆਵਾਜ਼? ਮੈਨੂੰ ਤਾਂ ਇੱਥੇ ਚੋਰ ਡਾਕੂ ਲੁਕੇ ਲੱਗਦੇ ਨੇ। ਇੱਥੋਂ ਸਾਨੂੰ ਚੁਕੰਨੇ ਹੋ ਕੇ ਲੰਘਣਾ ਚਾਹੀਦਾ ਹੈ, ਨਹੀਂ ਤਾਂ ਕਿਤੇ ਜਾਨੋਂ ਹੀ ਹੱਥ ਨਾ ਧੋਣੇ ਪੈਣ। ਦੂਜੇ ਨੇ ਉੱਤਰ ਦਿੱਤਾ, ਚੋਰ ਡਾਕੂ ਨਹੀਂ, ਮੇਰਾ ਤਾਂ ਖਿਆਲ ਹੈ ਕਿ ਇਹ ਸਿੱਖ ਨੇ ਜੋ ਫੜੇ ਜਾਣ ਦੇ ਡਰ ਕਾਰਨ ਜੰਗਲ ਵਿੱਚ ਲੁਕੇ ਹੋਏ ਨੇ। ਪਹਿਲੇ ਰਾਹੀ ਨੇ ਕਿਹਾ, ਨਹੀਂ, ਇਹ ਸਿੱਖ ਨਹੀਂ ਹੋ ਸਕਦੇ। ਸਿੱਖ ਬੜੇ ਸੂਰਬੀਰ ਹੁੰਦੇ ਨੇ, ਉਹ ਮੌਤ ਤੋਂ ਨਹੀਂ ਡਰਦੇ ਤੇ ਲੁਕ ਛੁਪ ਕੇ ਜਾਨ ਬਚਾਉਣੀ ਉਹਨਾਂ ਦੇ ਮਜ਼ਹਬ ਵਿੱਚ ਹੀ ਨਹੀਂ ਲਿਖਿਆ। ਇਹ ਜ਼ਰੂਰ ਚੋਰ ਡਾਕੂ ਹੋਣੇ ਨੇ। ਇਸ ਤਰ੍ਹਾਂ ਗੱਲ ਕਰਦਿਆਂ ਮੁਸਾਫਰ ਉੱਥੋਂ ਕਾਫੀ ਦੂਰ ਨਿਕਲ ਗਏ। ਅਸਲ ਵਿੱਚ ਇਸ ਕੁਸਰ ਮੁਸਰ ਦਾ ਕਾਰਨ ਬੋਤਾ ਸਿੰਘ ਤੇ ਉਹਦਾ ਸਾਥੀ ਗਰਜਾ ਸਿੰਘ ਸਨ, ਜੋ ਸੜਕ ਦੇ ਇੱਕ ਪਾਸੇ ਲੁਕਵੀਂ ਥਾਂ ਵੇਖ ਕੇ ਰਾਤ ਦੀ ਉਡੀਕ ਵਿੱਚ ਬੈਠੇ ਆਰਾਮ ਕਰ ਰਹੇ ਸਨ। ਇਹ ਦੋਵੇਂ ਪਿੰਡ ਪਡਾਣੇ ਦੇ ਰਹਿਣ ਵਾਲੇ ਸਨ ਤੇ ਇੱਥੋਂ ਆਪਣੇ ਪਿੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਤੁਰੇ ਹੋਏ ਸਨ। ਉਹਨਾਂ ਨੂੰ ਸੜਕ ਤੋਂ ਲੰਘ ਰਹੇ ਦੋ ਮੁਸਾਫਰਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਇਹ ਸੁਣ ਕੇ ਉਹਨਾਂ ਨੂੰ ਬੜੀ ਨਮੋਸ਼ੀ ਆਈ ਕਿ ਉਹਨਾਂ ਨੂੰ ਸਿੱਖ ਨਹੀਂ ਬਲਕਿ ਚੋਰ ਉਚੱਕੇ ਤੇ ਮੌਤ ਤੋਂ ਡਰਨ ਵਾਲੇ ਬੁਜ਼ਦਿਲ ਸਮਝਿਆ ਜਾ ਰਿਹਾ ਹੈ। ਉਹਨਾਂ ਦੀ ਅਣਖ ਨੇ ਉਹਨਾਂ ਨੂੰ ਵੰਗਾਰਿਆ। ਉਹਨਾਂ ਨੂੰ ਜੰਮਦਿਆਂ ਹੀ ਇਹ ਗੁੜਤੀ ਮਿਲੀ ਸੀ ਕਿ ਬੇਅਣਖੀ ਵਾਲੇ ਜੀਵਨ ਨਾਲੋਂ ਮੌਤ 1000 ਦਰਜੇ ਚੰਗੀ ਹੈ। ਉਹ ਨਿੱਤ ਦਿਨ ਉਹਨਾਂ ਯੋਧਿਆਂ ਦੀਆਂ ਵਾਰਾਂ ਸੁਣਦੇ ਆ ਰਹੇ ਸਨ ਜਿਨ੍ਹਾਂ ਨੇ ਸਿੱਖੀ ਸ਼ਾਨ ਨੂੰ ਚਮਕਾਉਣ ਲਈ ਖਿੜੇ ਮੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਬੋਤਾ ਸਿੰਘ ਨੇ ਆਪਣੇ ਮਿੱਤਰ ਗਰਜਾ ਸਿੰਘ ਨੂੰ ਕਿਹਾ, ਗਰਜਾ ਸਿਆਂ, ਸੁਣਿਆ ਹੀ ਉਹ ਕੀ ਕਹਿ ਰਹੇ ਨੇ? ਉਹ ਸਾਨੂੰ ਸਿੱਖ ਹੀ ਨਹੀਂ ਸਮਝਦੇ ਤੇ ਕਹਿੰਦੇ ਆ ਕਿ ਅਸੀਂ ਕੋਈ ਚੋਰ ਡਾਕੂ ਹਾਂ ਤੇ ਮੌਤ ਦੇ ਡਰ ਕਾਰਨ ਇੱਥੇ ਲੁਕੇ ਫਿਰਦੇ ਹਾਂ। ਇਹ ਬੜੀ ਮਾੜੀ ਗੱਲ ਹੈ। ਇਸ ਕਲੰਕ ਦੇ ਧੱਬੇ ਨੂੰ ਧੋਣ ਲਈ ਸਾਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਗਰਜਾ ਸਿੰਘ ਨੇ ਪੁੱਛਿਆ, ਦੱਸੋ ਫਿਰ ਕੀ ਕਰੀਏ? ਬੋਤਾ ਸਿੰਘ ਨੇ ਉੱਤਰ ਦਿੱਤਾ, ਸਾਨੂੰ ਕੋਈ ਐਸਾ ਮਾਰਕਾ ਮਾਰਨਾ ਚਾਹੀਦਾ ਹੈ ਜਿਸ ਤੋਂ ਪਤਾ ਲੱਗੇ ਕਿ ਗੁਰੂ ਦੇ ਸਿੱਖ ਕਿਸੇ ਮਨੁੱਖ ਕੋਲੋਂ ਕੀ ਮੌਤ ਕੋਲੋਂ ਵੀ ਨਹੀਂ ਡਰਦੇ। ਗਰਜਾ ਸਿੰਘ, ਗੱਲ ਤਾਂ ਠੀਕ ਹੈ, ਪਰ ਦੱਸੋ ਮਾਰਕਾ ਕਿਹੜਾ ਮਾਰਿਆ ਜਾਏ? ਬੋਤਾ ਸਿੰਘ ਨੇ ਉੱਤਰ ਦਿੱਤਾ, ਬਸ ਨਿਸ਼ੰਗ ਤੇ ਤੜਕ ਹੋ ਕੇ ਬਾਹਰ ਨਿਕਲ ਆਈਏ। ਪੰਜਾਬ ਦੀ ਧਰਤੀ ਸਾਡੀ ਆਪਣੀ ਧਰਤੀ ਏ ਤੇ ਅਸੀਂ ਇਹਦੇ ਮਾਲਕ ਹਾਂ। ਖੂਬ ਡਟ ਕੇ ਰਹੀਏ, ਵੇਖਦੇ ਹਾਂ ਗੁਰੂ ਦੇ ਸਿੰਘਾਂ ਸਾਹਮਣੇ ਕੌਣ ਅੜਦਾ ਹੈ। ਸੋ ਗੁਰਸਿੱਖੀ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਉਹਨਾਂ ਨੇ ਦ੍ਰਿੜ ਪ੍ਰਣ ਕਰ ਲਿਆ ਕਿ ਖੁੱਲ੍ਹਮ ਖੁੱਲ੍ਹੇ ਮੈਦਾਨ ਵਿੱਚ ਆ ਕੇ ਮੁਗਲ ਹਕੂਮਤ ਦਾ ਟਾਕਰਾ ਕਰਨਗੇ ਤੇ ਇਸ ਸ਼ੁਭ ਕੰਮ ਵਿੱਚ ਮੌਤ ਦੀ ਵੀ ਪਰਵਾਹ ਨਹੀਂ ਕਰਨਗੇ। ਇਹ ਫੈਸਲਾ ਸੁਣ ਕੇ ਉਹ ਦੋਵੇਂ ਜਣੇ ਆਪਣੀ ਲੁਕਵੀਂ ਥਾਂ ਤੋਂ ਬਾਹਰ ਨਿਕਲ ਆਏ ਤੇ ਨੂਰਦੀਨ ਦੀ ਸਰਾਂ ਤੋਂ ਕੁਝ ਦੂਰ ਬਾਹਰ ਸੜਕ ਦੇ ਰਾਹ ਰੋਕ ਕੇ ਖੜੇ ਹੋ ਗਏ। ਉਸ ਇਲਾਕੇ ਦੇ ਮੁਗਲ ਹਾਕਮ ਨੂੰ ਆਪਣੇ ਵਿਰੁੱਧ ਉਕਸਾਉਣ ਲਈ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਜੋ ਵੀ ਉਸ ਸੜਕ ਤੋਂ ਲੰਘੇ ਉਹ ਮਸੂਲ ਦੇ ਕੇ ਜਾਵੇ। ਜਲਦੀ ਹੀ ਕਪਾਹ ਨਾਲ ਲੱਦਿਆ ਇੱਕ ਗੱਡਾ ਉੱਥੋਂ ਦੀ ਲੰਘਿਆ। ਗਰਜਾ ਸਿੰਘ ਨੇ ਗਰਜਦੀ ਹੋਈ ਆਵਾਜ਼ ਵਿੱਚ ਕਿਹਾ, ਗੱਡੇ ਵਾਲਿਆ ਜ਼ਰਾ ਰੁਕ ਕੇ ਗੱਡੇ ਦਾ ਇੱਕ ਆਨਾ ਮਸੂਲ ਦੇ ਕੇ ਜਾ। ਗੱਡੇ ਵਾਲਾ ਜੋ ਆਪਣੇ ਖਿਆਲਾਂ ਵਿੱਚ ਮਗਨ ਹੋਇਆ ਰਵੀ ਜਾ ਰਿਹਾ ਸੀ, ਕੁਝ ਠਠੰਬਰ ਜਿਹਾ ਗਿਆ ਤੇ ਕਹਿਣ ਲੱਗਾ, ਜਨਾਬ, ਨੂਰਦੀਨ ਦੀ ਸਰਾਂ ਵੱਲ ਜਾਣ ਵਾਲੇ ਮਾਲ ਤੇ ਪਹਿਲਾਂ ਤਾਂ ਕਦੇ ਮਸੂਲ ਨਹੀਂ ਲੱਗਾ। ਅੱਗੋਂ ਬੋਤਾ ਸਿੰਘ ਨੇ ਬੜੇ ਰੋਬ ਨਾਲ ਕਿਹਾ, ਸੁਣ ਲੈ ਕੰਨ ਖੋਲ ਕੇ, ਅੱਜ ਤੋਂ ਇੱਥੇ ਮੁਸਲਿਆਂ ਦਾ ਨਹੀਂ ਬੋਤਾ ਸਿੰਘ ਦਾ ਰਾਜ ਹੈ। ਉਹਦਾ ਹੁਕਮ ਹੈ ਕਿ ਅਗਾਂਹ ਤੋਂ ਗੱਡੇ ਵਾਲਾ ਇੱਕ ਆਨਾ ਤੇ ਖੋਤੇ ਵਾਲਾ 1 ਪੈਸਾ ਮਸੂਲ ਦੇ ਕੇ ਲੰਘੇ। ਗੱਡੇ ਵਾਲਾ ਬੋਤਾ ਸਿੰਘ ਤੇ ਉਹਦੇ ਸਾਥੀ ਦੀ ਡੀਲ ਡੋਲ ਵੇਖ ਕੇ ਡਰ ਗਿਆ ਤੇ ਮਸੂਲ ਦੇ ਕੇ ਉਹਨੇ ਉੱਥੋਂ ਖਿਸਕਣ ਦੀ ਕੀਤੀ। ਇਹ ਖਬਰ ਜਲਦੀ ਹੀ ਆਸ-ਪਾਸ ਦੇ ਇਲਾਕੇ ਵਿੱਚ ਫੈਲ ਗਈ। ਇਹ ਦੋਵੇਂ ਬੜੇ ਉਤਾਵਲੇ ਹੋ ਕੇ ਉਡੀਕ ਰਹੇ ਸਨ ਕਿ ਕੋਈ ਟਾਕਰੇ ਲਈ ਆਏ ਤੇ ਇਹ ਉਹਨੂੰ ਆਪਣੇ ਹੱਥ ਵਿਖਾਉਣ, ਪਰ ਡਰਦੇ ਮਾਰੇ ਉਹਨਾਂ ਨੂੰ ਵੰਗਾਰਨ ਦੀ ਕਿਸੇ ਦੀ ਵੀ ਹਿੰਮਤ ਨਾ ਪਈ। ਆਖਰ ਉਹਨਾਂ ਨੇ ਇਲਾਕੇ ਦੀ ਹਕੂਮਤ ਨੂੰ ਉਕਸਾਉਣ ਲਈ ਇੱਕ ਹੋਰ ਵਿਉਂਤ ਸੋਚੀ। ਅਗਲੇ ਦਿਨ ਸਵੇਰ ਵੇਲੇ ਉਹਨਾਂ ਨੇ ਇੱਕ ਬ੍ਰਾਹਮਣ ਮੁਸਾਫਰ ਵੇਖਿਆ ਜੋ ਆਪਣੇ ਸਿਰ ਤੇ ਇੱਕ ਟਰੰਕ ਚੁੱਕੀ ਵਾਂਢੇ ਜਾ ਰਿਹਾ ਸੀ। ਬੋਤਾ ਸਿੰਘ ਨੇ ਉਹਨੂੰ ਰੋਕ ਲਿਆ। ਬ੍ਰਾਹਮਣ ਘਬਰਾ ਕੇ ਕਹਿਣ ਲੱਗਾ, ਮੇਰੇ ਤੇ ਤਰਸ ਕਰੋ, ਮੈਨੂੰ ਗਰੀਬ ਨੂੰ ਲੁੱਟ ਕੇ ਤੁਸੀਂ ਕੀ ਲੈਣਾ ਹੈ? ਬੋਤਾ ਸਿੰਘ ਨੇ ਉੱਤਰ ਦਿੱਤਾ, ਤੇਰਾ ਟਰੰਕ ਸਾਡੇ ਪਾਸ ਤੇਰੀ ਅਮਾਨਤ ਪਈ ਹੈ। ਡਰਨਾ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ,
तेरे गोचरे केवल काम इक्को ही है, तू ये चिट्ठी लाहौर के सूबे नूं दे आ ते अपना ट्रंक लै जा। यह सुन के ब्राह्मण का साह विच साह आया। बोता सिंह ने जकरिया खां दे नां एक खत लिख के ब्राह्मण नूं दिता, जो इस प्रकार सी। मैं हाँ सिंह बोता लवां जगात खलोता, मैं हाँ सिंह बोता लवां जगात खलोता, तू है नलायक खोता, तेथों राज नहीं है होता, तू जावेंगा दरगाह रोता, तू आखी भाभी खानों नूं तेरा देवर है सिंह बोता। जद मीर मन्नू ने यह चिट्ठी पढ़ी तां वो गुस्से नाल आपे तो बाहर हो गया ते कहन लगा, एड्डी गुस्ताखी ते मेरी सतर छाया हेठ। उन्हें झपदे ही अपने फौजदार नूं हुक्म दिता, इन्हां बदतमीज जंगलियां नूं जकड़ के मेरे सामने लियाउण लई फौरन एक मजबूर फौजी दस्ता भेज दिता जाए। हुक्म दी उस वेले तामील की गई। जरनैल जलालुद्दीन की कमान हेठ 100 जवानों का एक हथियारबंद दस्ता नूरदीन की सराह वाल घल्लिया गया, जिथे कुछ दूर बोता सिंह ते गर्जा सिंह बड़े उतावले होकर उसकी उड़ीक कर रहे सन। मुसलमानों का ख्याल सी कि निरे दो सिंघां दी इन्नी हिम्मत कित्थे कि वह जकरिया खान की शक्ति नूं वंगार सकन। उत्थे लागे तागे होर भी काफ़ी सिख लुके होने हैं। पर जद जलाल खान ने दूर खड़े केवल 2 सिख ही वेखे, तो भी केवल रुखां तो कट्टे हुए 2 टहना नाल लैस, ਤਾਂ ਉਹਨੂੰ ਅੰਦਰੋਂ ਅੰਦਰ ਬੜੀ ਸ਼ਰਮ ਆਈ ਕਿ ਇੱਕ 2 ਨਿਹੱਥੇ ਸ਼ਸਤਰਹੀਨ ਬੰਦਿਆਂ ਦਾ ਟੱਕਰਾ ਕਰਨ ਲਈ ਇੰਨੀ ਫੌਜ ਲਿਆਂਦੀ ਗਈ ਹੈ। ਇਸ ਲਈ ਉਹਨੇ ਦੂਰੋਂ ਹੀ ਆਵਾਜ਼ ਦੇ ਕੇ ਕਿਹਾ, ਇੰਨੀ ਸੈਨਾ ਦਾ ਟੱਕਰਾ ਕਰਨਾ ਨਿਰੀ ਮੂਰਖਤਾ ਹੈ। ਜੇ 2-4 ਦਿਨ ਹੋਰ ਜਿਉਣ ਦੀ ਸਲਾਹ ਜੇ ਤਾਂ ਆਪਣੇ ਡੰਡੇ ਸੁੱਟ ਦਿਓ ਤੇ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਨਵਾਬ ਤੋਂ ਮੁਆਫੀ ਲੈ ਦਿਆਂਗਾ। ਅੱਗੋਂ ਬੋਤਾ ਸਿੰਘ ਨੇ ਗਰਜ ਕੇ ਕਿਹਾ, ਅਸੀਂ ਲੜ ਕੇ ਸ਼ਹੀਦ ਹੋਣਾ ਚਾਹੁੰਦੇ ਹਾਂ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਆ ਜਾਓ ਮੁਕਾਬਲੇ 'ਤੇ। जलालुद्दीन ने सोचा कि इन्हां दोहां नूं बन्ने लाउण लई 2 सिपाही ही काफ़ी हैं, सो उहने अपने लश्कर के 2 चूनवे सूरमे अगाह कीते। बोता सिंह अते उहदे साथी ने उहनूं आउंदियां ही लम्मिया पा दिता। यह वेख के जलालुद्दीन ने अगली वार 4 सिपाही भेजे। उन्हां दा भी पहलियां दोहां वर्गा ही हाल होया। फिर उन्हें 8 सिपाही भेजे, पर वो भी जल्दी ही बुरी तरह फट्टड़ हो गए। इन्हां दोहां सिंघां दे कारनामे वेख के जलालुद्दीन अश कर उठिया, पर उन्होंने डर सी कि 2 निहत्थे बंदियां कोल इन्ने सिपाही मरवा के वो किस मूँह नाल जकरिया खान सामने जावेगा। सो नमोशी तो बचन लई उन्हें बाकी सारी सेना नूं बोता सिंह अते उहदे साथी ते हवला बोलण लई हुक्म दे दिता। बोता सिंह ते उहदा साथी इस मौके दी उड़ीक विच सन। वो भुखे शेरां वांग मुसलमानी फौज ते टुट के पै गए। दोहां योद्धियां ने पिठ नाल पिठ जोड़ के इस जवान मर्दी नाल डांगां वहाईयां कि वैरी दे छक्के छुड़ा दिते। आप बुरी तरह घायल होने तो पहला उन्होंने वैरी के दर्जन को होर बंदे मौत के घाट उतार दिते, पर वो 2 जने इन्नी गिनती नाल किन्ना चिर तक मुकाबला कर सकते सन। अंत नूं अत की थकावट ते जख्मां नाल नढाल होके ये दोवें सिरलत सूरमे लड़दे लड़दे शहीद हो गए। उन्होंने अपनी बेमिसाल वीरता का जलवा विखा के साबित कर दिता कि सिंह मौत तो नहीं डरदे, बल्कि मौत उन्हां कोलों डरदी है। सुखा सिंह ते महताब सिंह। ਜਦੋਂ ਮੁਸਲਮਾਨ ਹਕੂਮਤ ਸਿੱਖਾਂ ਜਨਤਾ ਨੂੰ ਮਲੀਆਂ ਮੇਟ ਕਰਨ ਤੇ ਤੁਲੀ ਹੋਈ ਸੀ ਤੇ ਹਰ ਥਾਂ ਲੁੱਟਮਾਰ ਤੇ ਕਤਲ ਦਾ ਬਾਜ਼ਾਰ ਗਰਮ ਸੀ, ਤਾਂ ਬਹੁਤ ਸਾਰੇ ਸਿੱਖ ਪੰਜਾਬ ਨੂੰ ਛੱਡ ਕੇ ਦੂਰ ਦੂਰ ਇਲਾਕਿਆਂ ਵਿੱਚ ਚਲੇ ਗਏ ਸਨ, ਜਿੱਥੇ ਮੁਸਲਮਾਨਾਂ ਦਾ ਦਬਦਬਾ ਬਹੁਤ ਘੱਟ ਸੀ। ਇਹਨਾਂ ਘਰੋਂ ਬੇਘਰ ਹੋਏ ਸਿੱਖਾਂ ਵਿੱਚੋਂ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਮੀਰਾਂਕੋਟ ਵਿੱਚ ਰਹਿਣ ਵਾਲੇ ਮਹਿਤਾਬ ਸਿੰਘ ਸਨ। ਇਹ ਪੰਗੂ ਗੋਤ ਦੇ ਜੱਟ ਖਾਨਦਾਨ ਵਿੱਚੋਂ ਸਨ ਤੇ ਛੋਟੀ ਉਮਰ ਵਿੱਚ ਹੀ ਅੰਮ੍ਰਿਤ ਛਕ ਕੇ ਜੱਸਾ ਸਿੰਘ ਆਹਲੂਵਾਲੀਆ ਦੇ ਜਥੇ ਵਿੱਚ ਜਾ ਭਰਤੀ ਹੋਏ ਸਨ। ਆਪ ਬੜੇ ਦ੍ਰਿੜ ਵਿਸ਼ਵਾਸੀ ਤੇ ਨਿਡਰ ਯੋਧੇ ਸਨ। ਉਹ ਕਾਰੋਬਾਰ ਲਈ ਬੀਕਾਨੇਰ ਵਿੱਚ ਜਾ ਵਸੇ ਸਨ, ਪਰ ਆਪਣੀ ਜਨਮ ਭੂਮੀ ਦਾ ਪਿਆਰ ਉਹਨਾਂ ਦੇ ਦਿਲ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹਨਾਂ ਨੇ ਇੱਕ ਬੜੇ ਗੂੜੇ ਮਿੱਤਰ ਸੁੱਖਾ ਸਿੰਘ ਸਨ, ਜੋ ਪਿੰਡ ਮਾੜੀ ਕੰਬੋ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਉਹਨਾਂ ਦਾ ਜਨਮ ਕਲਸੀ ਗੋਤ ਦੇ ਰਾਮਗੜੀਆ ਘਰਾਣੇ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਉਹ ਸਿੰਘ ਸੱਜ ਕੇ ਖਾਲਸਾ ਦਲ ਵਿੱਚ ਭਰਤੀ ਹੋ ਗਏ ਸਨ। ਉਹ ਸੁਡੌਲ ਸਰੀਰ ਵਾਲੇ ਤੇ ਬੜੇ ਫਰਤੀਲੇ ਨੌਜਵਾਨ ਸਨ। ਇਹਨਾਂ ਨੇ ਛੋਟੀ ਉਮਰ ਵਿੱਚ ਹੀ ਬੜੀਆਂ ਲੜਾਈਆਂ ਲੜੀਆਂ, ਬਹਾਦਰੀ ਦੇ ਜ਼ੋਰ ਵਿਖਾਏ ਸਨ। ਇਹ ਦੋਵੇਂ ਪੰਥ ਦੀ ਸੇਵਾ ਤੇ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਸਦਾ ਆਪਾ ਵਾਰਨ ਨੂੰ ਤਿਆਰ ਰਹਿੰਦੇ ਸਨ ਤੇ ਅੰਮ੍ਰਿਤਸਰੋਂ ਆਈਆਂ ਲੋਕਾਂ ਦੀਆਂ ਬੜੀ ਟਹਿਲ ਸੇਵਾ ਕਰਦੇ ਸਨ। ਇੱਕ ਵਾਰੀ ਉਹਨਾਂ ਨੂੰ ਕਿਸੇ ਸਿੱਖ ਨੇ ਆ ਕੇ ਦੱਸਿਆ ਕਿ ਰੰਗੜ ਕੌਮ ਦੇ ਇੱਕ ਮੁਸਲਮਾਨ ਸਰਦਾਰ ਨੇ, ਜਿਸ ਦਾ ਨਾਮ ਮੱਸਾ ਸੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ ਹੈ। ਉੱਥੇ ਹਰ ਰੋਜ਼ ਨਾਚ, ਰੰਗ ਰਲੀਆਂ ਤੇ ਮਹਿਫਲਾਂ ਉੱਡਦੀਆਂ ਹਨ। ਅੰਮ੍ਰਿਤ ਦੀ ਥਾਂ ਸ਼ਰਾਬ ਦਾ ਦੌਰ ਚੱਲਦਾ ਹੈ ਤੇ ਕੀਰਤਨ ਦੀ ਥਾਂ ਵੇਸਵਾਵਾਂ ਦੇ ਨਾਚ ਅਤੇ ਗੀਤ ਗਾਣੇ ਹੁੰਦੇ ਹਨ। ਇਹ ਸੁਣ ਕੇ ਮਹਿਤਾਬ ਸਿੰਘ ਤੇ ਹੋਰ ਸੁਣਨ ਵਾਲਿਆਂ ਦਾ ਖੂਨ ਖੌਲਿਆ। ਉਸੇ ਵੇਲੇ ਮਹਿਤਾਬ ਸਿੰਘ ਨੇ ਮਨ ਵਿੱਚ ਠਾਣ ਲਈ ਕਿ ਉਹ ਹੋਰ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਮੱਸੇ ਨੂੰ ਉਸਦੀ ਇਸ ਬੇਹਿਆਈ ਦਾ ਮਜ਼ਾ ਚਖਾ ਕੇ ਛੱਡੇਗਾ। ਪੈਂਡਾ ਬੜਾ ਕਠਿਨ ਸੀ ਤੇ ਰਾਹ ਵਿੱਚ ਦੁਸ਼ਮਣਾਂ ਦੇ ਕਈ ਗੜ੍ਹ ਸਨ,
पर उन्होंने किसी गल की भी परवाह न की तो अपना तेज़ रफ्तार घोड़ा तैयार किया तो अपने मित्र माड़ी कंबो के रहने वाले सुखा सिंह नूं नाल लैके अमृतसर वाल तुर पे। राह विच कई थावां ते उन्हां दा रस्ता रोकिया गया, पर वो कालां काल दे आखिर अमृतसर पहुँच ही गए। उन्होंने बाज़ारों कुछ बोरियां मुल लईआं ते उन्हां विच ठीकरियां भर लईआं ते माल अफसरां दा भेस बना के श्री दरबार साहिब दे अंदर जाण दी आग्या मन्नी। गार्ड दे सिपाहियां ने उन्हां नूं सरकारी अफसर समझ के अंदर जाण दी आग्या दे दित्ती। मस्से रंगड़ दा एक सेवक बड़े सत्कार नाल उन्हां नूं अपने मालक पास लै गया। मस्से दे सामने पहुँच के दोहां ने उन्हूं झुक के सलाम कीती ते ठीकरियां दे भरियां होईयां बोरियां सामने रख दित्तियां। मस्सा ये समझ के कि अफसर उहदे लई बहुत सारा मालिया इकट्ठा करके लिआए हन, बड़ा खुश होया ते अपने तख्त पोश ते चुक के बोरियां वल वेखण लगा। महताब सिंह ने बिजली की तेजी नाल अपनी तलवार कड्ढी तो उहदा सिर धड़ नालों अलग कर दिता। वो नाची जिहड़ी उत्थे गा रही सी डर नाल बेहोश हो गई ते मस्से दे होर साथी जिहड़े उत्थे बैठे नाच वेख रहे सन भयभीत हो के उत्थों नੱਠ उठे। उधर महताब सिंह अते उसका साथी बिजली की फुर्ती नाल नेज़े ते मस्से रंगड़ का सिर टंग के अपने घोड़ियां ते चढ़े ते वेखते वेखते उत्थों हवा हो गए। मस्से दे मरण की खबर एकदम आस पास के इलाके विच फैल गई। मुसलमानां दे चेहरे उतर गए तो भी इन्हां सूरबीरां दी बहादरी, दलेरी ते फुर्ती ते अश अश कर उठे। सरकार वालों दोषियां नूं फड़न दा हुक्म जारी हो गया, पर इन्हां दी कोई सूह न लगी। काफ़ी समा लंघ गया। एक बार जब महताब सिंह अपने पुत्तर नूं मिलण लई अपने पिंड आया तो जंडियाले दे एक वसनीक ने ईमान की खातर उसनूं फड़वा दिता। उसका लड़का उस तो खो लिया गया तो जमीन ते पटका के मारिया गया, जिस नाल वो उत्थे ही शहीद हो गया। महताब सिंह नूं फड़ के लाहौर लै जांदा गया, उत्थे उसनूं बड़े कष्ट दिते गए ते अंत विच चरखड़ी ते चढ़ा के शहीद कर दिता गया। ਉਹਦੀ ਲੋਥ ਨੂੰ ਇੱਕ ਖੱਡ ਵਿੱਚ ਸੁੱਟ ਦਿੱਤਾ ਗਿਆ ਤੇ ਉਹਦੇ ਸਿਰ ਨੂੰ ਕੱਟ ਕੇ ਹੀਰਾ ਮੰਡੀ ਵਿੱਚ ਟੰਗ ਦਿੱਤਾ ਗਿਆ। ਮਹਿਤਾਬ ਸਿੰਘ ਦੇ ਵਿਛੋੜਾ ਦੇ ਜਾਣ ਕਾਰਨ ਸੁੱਖਾ ਸਿੰਘ ਨੂੰ ਬੜਾ ਦੁੱਖ ਹੋਇਆ, ਪਰ ਉਹਨੇ ਹੌਸਲਾ ਨਾ ਹਾਰਿਆ ਤੇ ਸਪੰਥ ਦੀ ਅਗਾਂਹ ਨਾਲੋਂ ਵੀ ਵੱਧ ਚੜ੍ਹ ਕੇ ਸੇਵਾ ਕਰਨ ਵਿੱਚ ਰੁੱਝ ਗਏ। ਕੁਝ ਚਿਰ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਚੜ੍ਹਾਈ ਕਰ ਦਿੱਤੀ। ਵੈਰੀ ਦੀ ਫੌਜ ਜਦ ਰਾਵੀ ਪਾਰ ਕਰ ਰਹੀ ਸੀ ਤਾਂ ਭਾਈ ਸੁੱਖਾ ਸਿੰਘ ਦਾ ਜਥਾ ਸਬੱਬ ਨਾਲ ਰਾਵੀ ਦੇ ਝੱਲ ਵਿੱਚ ਬੈਠਾ ਸੀ। ਇਹ ਜਥਾ ਸੁੱਖਾ ਸਿੰਘ ਦੀ ਅਗਵਾਈ ਹੇਠ ਵੈਰੀ ਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਕੇ ਪੈ ਗਿਆ। ਇੱਕ ਜ਼ਬਰਦਸਤ ਝੜਪ ਹੋਈ ਜਿਸ ਵਿੱਚ ਵੈਰੀ ਦਾ ਬਹੁਤ ਜਾਨੀ ਨੁਕਸਾਨ ਕਰਨ ਪਿੱਛੋਂ ਸੁੱਖਾ ਸਿੰਘ ਆਪਣੇ ਸਾਥੀਆਂ ਸਮੇਤ ਸ਼ਹੀਦੀ ਪਾ ਗਏ। ਬੜਾ ਉੱਚਾ ਆਚਰਣ ਹੋਣ ਕਰਕੇ ਸਿੱਖ ਪੰਥ ਵਿੱਚ ਉਹਨਾਂ ਦਾ ਬੜਾ ਸਤਿਕਾਰ ਸੀ। ਜਦੋਂ ਵੀ ਕਿਤੇ ਕੋਈ ਕਠਿਨ ਕੰਮ ਕਰਨਾ ਹੁੰਦਾ ਤਾਂ ਉਹ ਉਹਨਾਂ ਨੂੰ ਹੀ ਸੌਂਪਿਆ ਜਾਂਦਾ ਸੀ। ਉਹ ਬਚਪਨ ਵਿੱਚ ਹੀ ਸਿੱਖ ਸੱਜ ਗਏ ਸਨ। ਉਹਨਾਂ ਦਿਨਾਂ ਵਿੱਚ ਲੰਮੇ ਕੇਸ ਰੱਖਣ ਵਾਲਿਆਂ ਦੀ ਜ਼ਿੰਦਗੀ ਸਖਤ ਖਤਰੇ ਵਿੱਚ ਸਮਝੀ ਜਾਂਦੀ ਸੀ। ਇਸ ਲਈ ਉਹਨਾਂ ਦੇ ਮਾਤਾ ਪਿਤਾ ਨੇ ਉਹਨੂੰ ਸਿੱਖ ਬਣਨ ਤੋਂ ਬੜਾ ਰੋਕਿਆ ਅਤੇ ਇੱਕ ਵਾਰ ਸੁੱਤੇ ਪਿਆਂ ਦੇ ਕੇਸ ਵੀ ਕੱਟ ਦਿੱਤੇ। ਉੱਠਣ 'ਤੇ ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਘਰ ਵਾਲਿਆਂ ਨਾਲ ਨਾਰਾਜ਼ ਹੋ ਕੇ ਘਰੋਂ ਨਿਕਲ ਗਏ ਅਤੇ ਜਾ ਕੇ ਇੱਕ ਖੂਹ ਵਿੱਚ ਛਾਲ ਮਾਰ ਦਿੱਤੀ। ਕਿਸੇ ਰਾਹੀ ਨੇ ਉਹਨਾਂ ਨੂੰ ਛਾਲ ਮਾਰਦਿਆਂ ਨੂੰ ਵੇਖ ਲਿਆ ਅਤੇ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਕੇ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ। ਸੁੱਖਾ ਸਿੰਘ ਆਪਣੀ ਜ਼ਿੱਦ 'ਤੇ ਅੜੇ ਰਹੇ। ਆਖਰ ਉਹਨਾਂ ਦੇ ਮਾਤਾ ਪਿਤਾ ਨੂੰ ਝੁਕਣਾ ਹੀ ਪਿਆ। ਇਸ ਤਰ੍ਹਾਂ ਬਚਪਨ ਤੋਂ ਹੀ ਉਹਨਾਂ ਨੇ ਆਪਣਾ ਜੀਵਨ ਸਿੱਖ ਪੰਥ ਦੇ ਨਾਵੇਂ ਲਾ ਦਿੱਤਾ ਅਤੇ ਇਤਿਹਾਸ ਵਿੱਚ ਇੱਕ ਉੱਚ ਸਥਾਨ ਪ੍ਰਾਪਤ ਕੀਤਾ। ਅੱਜ ਤੁਸੀਂ ਮੇਰੇ ਨਾਲ ਸਿੱਖ ਕੌਮ ਦੇ ਮਹਾਨ ਯੋਧਿਆਂ ਅਤੇ ਸ਼ਹੀਦਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਇਹਨਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਬਚਿੱਤਰ ਸਿੰਘ, ਬੰਦਾ ਬਹਾਦਰ, ਬਾਬਾ ਦੀਪ ਸਿੰਘ, ਬਾਬਾ ਬੋਤਾ ਸਿੰਘ ਅਤੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ। ਇਹ ਇੱਕ ਕੁਦਰਤ ਦੀ ਦਾਤ ਹੈ ਕਿ ਸੰਸਾਰ ਵਿੱਚ ਹਰ ਵਕਤ ਹਰ ਥਾਂ 'ਤੇ ਨਿਡਰ ਅਤੇ ਦਲੇਰ ਲੋਕ ਮੌਜੂਦ ਹੁੰਦੇ ਹਨ ਜੋ ਸੱਚ ਦੇ ਮਾਰਗ ਉੱਪਰ ਚੱਲਣ ਲਈ ਤਤਪਰ ਰਹਿੰਦੇ ਹਨ। ਜਦੋਂ ਕੁਦਰਤ ਨੂੰ ਇਹਨਾਂ ਦੀ ਲੋੜ ਹੋਏ ਤਾਂ ਇਹ ਦਲੇਰ ਯੋਧੇ ਪ੍ਰਗਟ ਹੁੰਦੇ ਹਨ। ਨਾ ਇਨਸਾਫੀ ਨੂੰ ਇਹ ਯੋਧੇ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਅਤੇ ਸੱਚ ਦੇ ਮਾਰਗ ਉੱਪਰ ਤੁਰ ਪੈਂਦੇ ਹਨ। ਇਹ ਕੁਦਰਤ ਨਾਲ ਇਕਮਿਕ ਹੋ ਕੇ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਕੁਦਰਤ ਦਾ ਹਿੱਸਾ ਮੰਨਦੇ ਹਨ। ਪੁਰਾਣੇ ਸਮੇਂ ਵਿੱਚ ਇਹ ਯੋਧੇ ਤਲਵਾਰ ਦੀ ਮਦਦ ਨਾਲ ਮੁਕਾਬਲਾ ਕਰਦੇ ਸਨ, ਪਰ ਅੱਜ ਕੱਲ੍ਹ ਲੋਕਤੰਤਰ ਦੇ ਜ਼ਮਾਨੇ ਵਿੱਚ ਕਲਮ ਅਤੇ ਦੀਵਾਨਾਂ ਦੀ ਮਦਦ ਨਾਲ ਲੋਕਾਂ ਨੂੰ ਸੇਧ ਦਿੰਦੇ ਦੇਖੇ ਜਾ ਸਕਦੇ ਹਨ। ਸ਼ੁਭ ਇਛਾਵਾਂ, ਹਰਜੀਤ ਭੰਗਰਾ।